ਡੇਵਿਡ ਜੇ ਸ਼ਵਾਰਜ਼ ਦਾ ਅਗਲਾ ਵਿਸ਼ਾ ਹੈ ਕੰਮ ਕਰਨ ਦੀ ਸਮਰੱਥਾ। ਜਦੋਂ ਵੀ ਮੈਂ ਤੇ ਮੇਰੀ ਪਤਨੀ ਇੱਕ ਦੰਪਤੀ ਨੂੰ ਮਿਲਣ ਜਾਇਆ ਕਰਦੇ ਸੀ, ਸਾਡੀ ਚਰਚਾ ਕੰਮਕਾਜੀ ਇਸਤਰੀਆਂ ਦੇ ਬਾਰੇ ਹੋਣ ਲੱਗਦੀ। ਵਿਆਹ ਤੋਂ ਪਹਿਲਾਂ ਸ਼੍ਰੀਮਤੀ ਐਸ ਨੌਕਰੀ ਕਰਦੀ ਸੀ ਤੇ ਉਹਨਾਂ ਨੂੰ ਨੌਕਰੀ ਕਰਨਾ ਚੰਗਾ ਲੱਗਦਾ, ਪਰ ਹੁਣ ਉਹ ਕਿਹਾ ਕਰਦੀ ਹੈ ਕਿ ਹੁਣ ਮੇਰੇ 2 ਬੱਚੇ ਸਕੂਲ 'ਚ ਪੜ੍ਹ ਰਹੇ ਹੈ, ਮੈਨੂੰ ਘਰ ਸੰਭਾਲਣਾ ਤੇ ਖਾਣਾ ਬਣਾਉਣਾ ਪੈਂਦਾ ਤੇ ਹੁਣ ਮੇਰੇ ਕੋਲ ਨੌਕਰੀ ਕਰਨ ਦਾ ਸਮਾਂ ਹੀ ਨਹੀਂ ਹੈ। ਫਿਰ ਇੱਕ ਐਤਵਾਰ ਦੀ ਸ਼ਾਮ ਨੂੰ ਮਿਸਟਰ ਤੇ ਮਿਸਿਸ ਐਸ ਆਪਣੇ ਬੱਚਿਆਂ ਨਾਲ ਕਿਤੋਂ ਆ ਰਹੇ ਸੀ। ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਕਿਸੇ ਹੋਰ ਨੂੰ ਤਾਂ ਕੋਈ ਖਾਸ ਸੱਟ ਨਹੀਂ ਲੱਗੀ, ਲੇਕਿਨ ਮਿਸਟਰ ਐਸ ਦੀ ਰੀੜ੍ਹ ਦੀ ਹੱਡੀ 'ਚ ਗੰਭੀਰ ਸੱਟਾਂ ਆਈਆਂ ਤੇ ਉਹ ਹਮੇਸ਼ਾ ਲਈ ਅਪੰਗ ਹੋ ਗਏ। ਹੁਣ ਮਿਸਿਸ ਐਸ ਦੇ ਕੋਲ ਨੌਕਰੀ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ ਬਚਿਆ। ਜਦੋਂ ਅਸੀਂ ਐਕਸੀਡੈਂਟ ਦੇ ਕੁਝ ਮਹੀਨਿਆਂ ਤੋਂ ਬਾਅਦ ਮਿਸਿਸ ਐਸ ਨੂੰ ਦੇਖਿਆ, ਅਸੀਂ ਵੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਨੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਬੜੀ ਬਖੂਬੀ ਸੰਭਾਲ ਲਿਆ। ਤੁਸੀਂ ਜਾਣਦੇ ਹੋ, ਉਹਨਾਂ ਨੇ ਕਿਹਾ, 6 ਮਹੀਨੇ ਪਹਿਲਾਂ ਮੈਂ ਕਲਪਨਾ ਵੀ ਨਹੀਂ ਸੀ ਕਰ ਸਕਦੀ ਕਿ ਮੈਂ ਘਰ ਸੰਭਾਲਣ ਦੇ ਨਾਲ ਫੁੱਲ ਟਾਈਮ ਨੌਕਰੀ ਵੀ ਕਰ ਪਾਵਾਂਗੀ। ਪਰ ਐਕਸੀਡੈਂਟ ਤੋਂ ਬਾਅਦ ਮੈਂ ਨਿਰਣਾ ਲਿਆ ਕਿ ਮੈਨੂੰ ਸਮਾਂ ਕੱਢਣਾ ਹੀ ਪਏਗਾ। ਯਕੀਨ ਮੰਨੋ, ਮੇਰੀ ਕਾਰਜ ਸਮਰੱਥਾ ਪਹਿਲੇ ਤੋਂ 100% ਜ਼ਿਆਦਾ ਵੱਧ ਚੁੱਕੀ ਹੈ। ਮੈਂ ਇਹੋ ਜਿਹੇ ਬਹੁਤ ਕੰਮ ਕਰਿਆ ਕਰਦੀ ਸੀ ਜਿਹੜੇ ਮਹੱਤਵਪੂਰਨ ਨਹੀਂ ਸੀ, ਜਿਨ੍ਹਾਂ ਨੂੰ ਕਰਨ ਦੀ ਕੋਈ ਲੋੜ ਵੀ ਨਹੀਂ ਸੀ। ਫਿਰ ਮੈਂ ਇਹ ਵੀ ਜਾਣਿਆ ਕਿ ਮੇਰੇ ਬੱਚੇ ਵੀ ਮੇਰੀ ਸਹਾਇਤਾ ਕਰ ਸਕਦੇ ਹੈ। ਉਹ ਮੇਰੀ ਸਹਾਇਤਾ ਕਰਨਾ ਵੀ ਚਾਹੁੰਦੇ ਹੈ। ਮੈਂ ਸਮਾਂ ਬਚਾਉਣ ਦੇ ਦਰਜਨਾਂ ਤਰੀਕਿਆਂ ਨੂੰ ਲੱਭ ਲਿਆ। ਸਟੋਰ ਦੇ ਘੱਟ ਚੱਕਰ ਲਾਉਣੇ, ਟੀਵੀ ਘੱਟ ਵੇਖਣਾ, ਫੋਨ ਤੇ ਘੱਟ ਗੱਲਾਂ ਕਰਨਾ, ਸਮੇਂ ਨੂੰ ਘੱਟ ਬਰਬਾਦ ਕਰਨਾ। ਇਸ ਅਨੁਭਵ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੰਮ ਕਰਨ ਦੀ ਸਮਰੱਥਾ ਇੱਕ ਮਾਨਸਿਕ ਸਥਿਤੀ ਹੈ। ਅਸੀਂ ਕਿੰਨਾ ਜ਼ਿਆਦਾ ਕੰਮ ਕਰ ਸਕਦੇ ਹਾਂ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਸਮਰੱਥਾ ਬਾਰੇ ਕੀ ਸੋਚਦੇ ਹਾਂ। ਜਦੋਂ ਤੁਹਾਨੂੰ ਸੱਚਮੁੱਚ ਹੀ ਭਰੋਸਾ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਕੰਮ ਕਰ ਸਕਦੇ ਹੋ, ਤਾਂ ਤੁਹਾਡਾ ਦਿਮਾਗ ਰਚਨਾਤਮਕ ਤਰੀਕੇ ਨਾਲ ਸੋਚਦਾ ਹੈ, ਤੁਹਾਨੂੰ ਰਾਹ ਵਿਖਾ ਦਿੰਦਾ ਹੈ। ਇੱਕ ਨੌਜਵਾਨ ਬੈਂਕ ਐਗਜ਼ੀਕਿਊਟਿਵ ਨੇ ਕੰਮ ਕਰਨ ਦੀ ਸਮਰੱਥਾ ਬਾਰੇ ਆਪਣਾ ਅਨੁਭਵ ਮੈਨੂੰ ਸੁਣਾਇਆ। ਸਾਡੇ ਬੈਂਕ ਦਾ ਇੱਕ ਐਗਜ਼ੀਕਿਊਟਿਵ ਅਚਨਚੇਤ ਨੌਕਰੀ ਛੱਡ ਕੇ ਚਲਾ ਗਿਆ। ਇਹ ਤੋਂ ਸਾਡੇ ਡਿਪਾਰਟਮੈਂਟ 'ਚ ਇੱਕ ਸਮੱਸਿਆ ਪੈਦਾ ਹੋ ਗਈ। ਜਿਹੜਾ ਬੰਦਾ ਗਿਆ, ਉਹਦਾ ਕੰਮ ਮਹੱਤਵਪੂਰਨ ਤੇ ਉਹਦੇ ਕੰਮ ਨੂੰ ਕੀਤੇ ਬਗੈਰ ਬੈਂਕ ਦਾ ਕੰਮ ਨਹੀਂ ਸੀ ਚੱਲ ਸਕਦਾ। ਇਹ ਕੰਮ ਇੰਨਾ ਜ਼ਰੂਰੀ ਸੀ ਕਿ ਇਹਨੂੰ ਟਾਲਿਆ ਵੀ ਨਹੀਂ ਸੀ ਜਾ ਸਕਦਾ। ਉਹਦੇ ਜਾਣ ਤੋਂ ਇੱਕ ਦਿਨ ਬਾਅਦ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ, ਯਾਨੀ ਕਿ ਮੇਰੇ ਵਿਭਾਗ ਦੇ ਇੰਚਾਰਜ ਨੇ ਮੈਨੂੰ ਬੁਲਾਇਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੇਰੇ ਵਿਭਾਗ ਦੇ ਬਾਕੀ ਦੇ ਲੋਕਾਂ ਨੂੰ ਪੁੱਛਿਆ ਕਿ ਜਦੋਂ ਤਾਈ ਕੋਈ ਬੰਦਾ ਕੰਮ ਤੇ ਨਹੀਂ ਰੱਖਿਆ ਜਾਂਦਾ, ਤਦ ਤੱਕ ਕੀ ਉਸ ਆਦਮੀ ਦੇ ਕੰਮ ਨੂੰ ਸੰਭਾਲ ਸਕਦੇ ਆ। ਦੋਨਾਂ ਨੇ ਸਿੱਧਾ ਮਨਾ ਤੇ ਨਹੀਂ ਕੀਤਾ, ਪਰ ਦੋਨਾਂ ਦਾ ਹੀ ਕਹਿਣਾ ਸੀ ਕਿ ਉਹਨਾਂ ਦੇ ਕੋਲ ਕੰਮ ਦਾ ਪਹਿਲਾਂ ਹੀ ਬੜਾ ਬੋਝ ਹੈ। ਇੰਨਾ ਕੰਮ ਹੈ ਕਿ ਉਹਨਾਂ ਨੂੰ ਸਿਰ ਚੁੱਕਣ ਦੀ ਵੀ ਵੇਲ ਨਹੀਂ ਹੈ। ਮੈਂ ਸੋਚ ਰਿਹਾ ਸੀ ਕਿ ਕੀ ਤੁਸੀਂ ਕੁਝ ਸਮੇਂ ਲਈ ਬਾਕੀ ਦਾ ਕੰਮ ਵੀ ਕਰ ਲਓਗੇ। ਮੇਰੀ ਸਾਰੀ ਨੌਕਰੀ 'ਚ ਇਹ ਸਿੱਖਿਆ ਸੀ ਕਿ ਜਿਹੜੀ ਵੀ ਚੀਜ਼ ਮੌਕੇ ਵਾਂਗ ਲੱਗੇ, ਉਹਨੂੰ ਠੁਕਰਾਉਣਾ ਨਹੀਂ ਚਾਹੀਦਾ। ਇਸ ਲਈ ਮੈਂ ਇੱਕਦਮ ਰਾਜ਼ੀ ਹੋ ਗਿਆ। ਮੈਂ ਵਾਅਦਾ ਕੀਤਾ ਕਿ ਮੈਂ ਆਪਣਾ ਕੰਮ ਤਾਂ ਕਰਾਂਗਾ ਹੀ, ਦੂਜੇ ਆਦਮੀ ਦਾ ਕੰਮ ਵੀ ਸੰਭਾਲ ਲਵਾਂਗਾ। ਵਾਈਸ ਪ੍ਰੈਜ਼ੀਡੈਂਟ ਇਹ ਸੁਣ ਕੇ ਖੁਸ਼ ਹੋ ਗਏ। ਮੈਂ ਉਹਦੇ ਦਫ਼ਤਰ ਦੇ ਬਾਹਰ ਨਿਕਲਦੇ ਵਕਤ ਇਹ ਸੋਚ ਰਿਹਾ ਸੀ ਕਿ ਮੈਂ ਆਪਣੇ ਉੱਤੇ ਕਿੰਨੀ ਵੱਡੀ ਜ਼ਿੰਮੇਵਾਰੀ ਲੈ ਲਈ। ਮੈਂ ਵੀ ਆਪਣੇ ਵਿਭਾਗ ਦੇ ਬਾਕੀ ਦੇ ਲੋਕਾਂ ਵਾਂਗ ਬੜਾ ਹੀ ਬਿਜ਼ੀ ਸੀ, ਪਰ ਮੈਂ ਉਹਨਾਂ ਵਾਂਗ ਬਕਾਇਆ ਕੰਮ ਤੋਂ ਜੀ ਨਹੀਂ ਸੀ ਚੁਰਾਇਆ। ਮੇਰਾ ਦ੍ਰਿੜ ਨਿਸ਼ਚਾ ਸੀ ਕਿ ਮੈਂ ਦੋਵੇਂ ਕੰਮਾਂ ਨੂੰ ਇੱਕੋ ਵਾਰੀ ਕਰਨ ਦਾ ਕੋਈ ਨਾ ਕੋਈ ਰਾਹ ਲੱਭ ਹੀ ਲਵਾਂਗਾ। ਉਸ ਦੁਪਹਿਰ ਨੂੰ ਆਪਣਾ ਕੰਮ ਖਤਮ ਕੀਤਾ। ਜਦੋਂ ਦਫ਼ਤਰ ਬੰਦ ਹੋ ਗਿਆ ਤਾਂ ਮੈਂ ਬੈਠ ਕੇ ਵਿਚਾਰ ਕੀਤੀ ਕਿ ਕਿਸ ਤਰ੍ਹਾਂ ਮੈਂ ਆਪਣੀ ਕਾਰਜ ਸਮਰੱਥਾ ਵਧਾ ਸਕਦਾ। ਮੈਂ ਇੱਕ ਪੈਨਸਿਲ ਲਈ ਆਪਣੇ ਹਰ ਵਿਚਾਰ ਨੂੰ ਲਿਖਣਾ ਸ਼ੁਰੂ ਕਰਤਾ ਤੇ ਤੁਸੀਂ ਜਾਣਦੇ ਹੋ, ਮੇਰੇ ਦਿਮਾਗ 'ਚ ਬੜੇ ਚੰਗੇ ਵਿਚਾਰ ਆਉਣ ਲੱਗ ਪਏ। ਜਿਵੇਂ ਆਪਣੀ ਸੈਕਟਰੀ ਨੂੰ ਇਹ ਕਹਿਣਾ ਕਿ ਮੇਰੇ ਲਈ ਆਉਣ ਵਾਲੇ ਆਮ ਟੈਲੀਫੋਨ ਕਾਲ ਨੂੰ ਹਰ ਦਿਨ ਇੱਕ ਨਿਸ਼ਚਿਤ ਸਮੇਂ ਤੇ ਹੀ ਮੈਨੂੰ ਟ੍ਰਾਂਸਫਰ ਕਰਿਆ ਕਰੇ। ਉਹ ਕਿਸੇ ਨਿਸ਼ਚਿਤ ਸਮੇਂ ਹੀ ਬਾਹਰ ਜਾਣ ਵਾਲੇ ਕਾਲ ਲਾਇਆ ਕਰੇ। ਮੈਂ ਆਪਣੀ ਚਰਚਾ ਦੇ ਸਮੇਂ ਨੂੰ 15 ਮਿੰਟ ਤੋਂ ਘਟਾ ਕੇ 10 ਮਿੰਟ ਵੀ ਕਰ ਲਿਆ। ਮੈਂ ਆਪਣੇ ਸਾਰੇ ਡਿਕਟੇਸ਼ਨ ਹਰ ਦਿਨ ਇੱਕ ਹੀ ਵਾਰੀ ਦੇਣ ਲੱਗਾ। ਮੈਂ ਵੀ ਪਾਇਆ ਕਿ ਮੇਰੀ ਸੈਕਟਰੀ ਮੇਰੀ ਸਹਾਇਤਾ ਕਰ ਸਕਦੀ ਸੀ ਤੇ ਮੇਰੇ ਲਈ ਕੰਮਾਂ ਨੂੰ ਸੰਭਾਲ ਸਕਦੀ ਸੀ। ਮੈਂ ਇਹ ਕੰਮ ਪਿਛਲੇ 2 ਸਾਲਾਂ ਤੋਂ ਕਰ ਰਿਹਾ ਸੀ। ਸੱਚ ਕਹਾਂ, ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਹੁਣ ਤਾਈਂ ਕਿੰਨੀ ਘੱਟ ਸਮਰੱਥਾ ਨਾਲ ਕੰਮ ਕਰ ਰਿਹਾ ਸੀ। ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ ਮੈਂ ਪਹਿਲਾਂ ਤੋਂ 2 ਗੁਣਾ
ਪੱਤਰ ਡਿਕਟੇਟ ਕਰਨ ਲੱਗਾ। ਪਹਿਲਾਂ ਤੋਂ 50% ਜ਼ਿਆਦਾ ਫੋਨ ਕਰਨ ਤੇ ਸੁਣਨ ਲੱਗਾ। ਪਹਿਲਾਂ ਤੋਂ 50% ਜ਼ਿਆਦਾ ਮੀਟਿੰਗਾਂ 'ਚ ਭਾਗ ਲੈਣ ਲੱਗਾ ਤੇ ਸਾਰਾ ਬਗੈਰ ਕਿਸੇ ਤਣਾਅ ਦੇ। ਇਸੇ ਤਰ੍ਹਾਂ 2 ਹਫ਼ਤੇ ਹੋਰ ਗੁਜ਼ਰ ਗਏ। ਵਾਈਸ ਪ੍ਰੈਜ਼ੀਡੈਂਟ ਨੇ ਮੈਨੂੰ ਬੁਲਵਾਇਆ। ਉਹਨਾਂ ਨੇ ਮੇਰੀ ਪ੍ਰਸ਼ੰਸਾ ਕੀਤੀ ਕਿ ਮੈਂ ਇਸ ਵਾਧੂ ਜ਼ਿੰਮੇਵਾਰੀ ਨੂੰ ਇੰਨੀ ਚੰਗੀ ਤਰ੍ਹਾਂ ਸੰਭਾਲਿਆ। ਉਹਨਾਂ ਨੇ ਅੱਗੇ ਕਿਹਾ ਕਿ ਉਹ ਇੱਕ ਬੰਦੇ ਦੀ ਤਲਾਸ਼ ਕਰ ਰਹੇ ਹਨ ਤੇ ਇਸ ਲਈ ਉਹਨਾਂ ਨੇ ਬੈਂਕ ਦੇ ਅੰਦਰੋਂ ਹੀ ਬਾਹਰੋਂ ਕਈ ਲੋਕਾਂ ਨੂੰ ਪਰਖ ਵੀ ਲਿਆ, ਪਰ ਉਹਨਾਂ ਨੂੰ ਹਾਲੇ ਤਾਈਂ ਕੋਈ ਸਹੀ ਬੰਦਾ ਨਹੀਂ ਸੀ ਮਿਲਿਆ। ਫਿਰ ਉਹਨਾਂ ਨੇ ਪ੍ਰਵਾਨ ਕੀਤਾ ਕਿ ਉਹਨਾਂ ਨੇ ਬੈਂਕ ਦੀ ਐਗਜ਼ੀਕਿਊਟਿਵ ਕਮੇਟੀ ਅੱਗੇ ਮਤਾ ਰੱਖਿਆ ਕਿ ਦੋਵੇਂ ਕੰਮ ਇੱਕ ਹੀ ਬੰਦੇ ਨੂੰ ਸੌਂਪ ਦਿੱਤੇ ਜਾਣ। ਉਹਨਾਂ ਨੇ ਇਸ ਕੰਮ ਲਈ ਮੈਨੂੰ ਚੁਣਿਆ ਤੇ ਉਹਨਾਂ ਨੇ ਇਹ ਮਤਾ ਵੀ ਰੱਖਿਆ ਕਿ ਮੇਰੀ ਤਨਖਾਹ ਕਾਫੀ ਵਧਾ ਦਿੱਤੀ ਜਾਏ। ਕਮੇਟੀ ਨੇ ਉਹਨਾਂ ਦੀ ਇਹ ਗੱਲ ਮੰਨ ਲਈ ਤੇ ਮੈਨੂੰ ਹਰ ਤਰ੍ਹਾਂ ਨਾਲ ਫਾਇਦਾ ਹੋਇਆ। ਮੈਂ ਇਹ ਸਾਬਤ ਕਰ ਦਿੱਤਾ ਕਿ ਮੇਰੀ ਸਮਰੱਥਾ ਉਨੀ ਹੀ ਹੁੰਦੀ ਜਿੰਨੀ ਸਮਰੱਥਾ ਦਾ ਵਿਸ਼ਵਾਸ ਮੇਰੇ ਮਨ 'ਚ ਹੁੰਦਾ ਹੈ। ਮੈਂ ਉਨਾ ਹੀ ਕੰਮ ਕਰ ਸਕਦਾ ਜਿੰਨਾ ਕੰਮ ਕਰਨ ਦਾ ਮੈਂ ਪੱਕਾ ਇਰਾਦਾ ਕਰ ਲੈਣਾ। ਕੰਮ ਕਰਨ ਦੀ ਸਮਰੱਥਾ ਇੱਕ ਮਾਨਸਿਕ ਸਥਿਤੀ ਹੈ। ਹਰ ਦਿਨ ਤੇਜ਼ੀ ਨਾਲ ਅੱਗੇ ਵੱਧਦੀ ਬਿਜ਼ਨਸ ਦੀ ਦੁਨੀਆ 'ਚ ਇਹੀ ਹੁੰਦਾ ਹੈ। ਬੌਸ ਕਿਸੇ ਵਰਕਰ ਨੂੰ ਬੁਲਾਉਂਦਾ ਹੈ, ਦੱਸਦਾ ਹੈ ਕੋਈ ਖਾਸ ਕੰਮ ਕਰਨਾ ਹੈ, ਫਿਰ ਉਹ ਕਹਿੰਦਾ ਮੈਂ ਜਾਣਦਾ ਤੁਹਾਡੇ ਕੋਲ ਪਹਿਲਾਂ ਹੀ ਵਾਧੂ ਕੰਮ ਹੈ, ਪਰ ਕੀ ਤੁਸੀਂ ਉਹਦੇ ਨਾਲ ਇਹ ਕੰਮ ਵੀ ਕਰ ਪਾਓਗੇ? ਅਕਸਰ ਵਰਕਰ ਜਵਾਬ ਦਿੰਦਾ ਹੈ ਮੈਨੂੰ ਅਫਸੋਸ ਹੈ ਪਰ ਮੇਰੇ ਪਹਿਲੇ ਤੋਂ ਹੀ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਕਾਸ਼ ਮੈਂ ਇਸ ਕੰਮ ਨੂੰ ਕਰ ਸਕਦਾ, ਪਰ ਮੇਰੇ ਕੋਲ ਇਸ ਕੰਮ ਨੂੰ ਕਰਨ ਲਈ ਸਮਾਂ ਹੀ ਨਹੀਂ ਹੈ। ਇਹਨਾਂ ਹਾਲਾਤਾਂ ਵਿੱਚ ਬੌਸ ਨੂੰ ਵਰਕਰ ਦੀ ਗੱਲ ਦਾ ਬੁਰਾ ਤਾਂ ਨਹੀਂ ਲੱਗਦਾ ਕਿਉਂਕਿ ਇਹ ਵਾਧੂ ਕੰਮ ਹੈ, ਪਰ ਬੌਸ ਮਹਿਸੂਸ ਕਰਦਾ ਹੈ ਕਿ ਇਸ ਕੰਮ ਨੂੰ ਕਰਨਾ ਤਾਂ ਹੈ ਹੀ, ਇਸ ਲਈ ਉਹ ਇਹੋ ਜਿਹਾ ਵਰਕਰ ਦੀ ਤਲਾਸ਼ ਕਰਦਾ ਹੈ ਜਿਸ ਤੇ ਬਾਕੀ ਲੋਕਾਂ ਜਿੰਨਾ ਹੀ ਕੰਮ ਦਾ ਬੋਝ ਹੈ, ਪਰ ਜਿਹੜਾ ਇਹ ਸਮਝਦਾ ਹੈ ਕਿ ਉਹ ਇਹ ਵਾਧੂ ਜ਼ਿੰਮੇਵਾਰੀ ਨਿਭਾ ਸਕਦਾ ਹੈ। ਇਹੀ ਵਰਕਰ ਸਫਲਤਾ ਵਿੱਚ ਬਾਕੀਆਂ ਨਾਲੋਂ ਅੱਗੇ ਨਿਕਲ ਜਾਂਦਾ ਹੈ। ਬਿਜ਼ਨਸ ਵਿੱਚ, ਘਰ ਵਿੱਚ, ਸਮਾਜ ਵਿੱਚ ਸਫਲ ਤਾਲਮੇਲ ਹੁੰਦਾ ਹੈ। ਆਪਣੇ ਕੰਮ ਨੂੰ ਲਗਾਤਾਰ ਬਿਹਤਰ ਢੰਗ ਨਾਲ ਕਰਦੇ ਰਹੋ। ਆਪਣੇ ਕੰਮ ਦੀ ਕੁਆਲਿਟੀ ਸੁਧਾਰੋ। ਜਿੰਨਾ ਪਹਿਲਾਂ ਕਰਦੇ ਸੀ ਉਹ ਤੋਂ ਜ਼ਿਆਦਾ ਕਰੋ। ਆਪਣੇ ਕੰਮ ਦੀ ਕੁਆਂਟੀਟੀ ਵਧਾਓ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਫਾਇਦਾ ਹੋਏਗਾ? 2 ਕਦਮ ਦੀ ਇਸ ਤਕਨੀਕ ਨੂੰ ਦੇਖੋ। ਜ਼ਿਆਦਾ ਕੰਮ ਕਰਨ ਦੇ ਮੌਕਿਆਂ ਨੂੰ ਉਤਸ਼ਾਹ ਨਾਲ ਪ੍ਰਵਾਨ ਕਰੋ। ਨਵੀਂ ਜ਼ਿੰਮੇਵਾਰੀ ਲਈ ਤੁਹਾਨੂੰ ਪੁੱਛਿਆ ਜਾ ਰਿਹਾ ਹੈ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਤੁਹਾਡੀ ਬੌਸ ਨੂੰ ਤੁਹਾਡੀ ਸਮਰੱਥਾ ਤੇ ਭਰੋਸਾ ਹੈ। ਆਪਣੀ ਨੌਕਰੀ ਅੰਦਰ ਜ਼ਿਆਦਾ ਜ਼ਿੰਮੇਵਾਰੀ ਲੈਣ ਨਾਲ ਤੁਸੀਂ ਬਾਕੀ ਲੋਕਾਂ ਤੋਂ ਅਲੱਗ ਦਿਖਦੇ ਹੋ। ਇਸ ਨਾਲ ਪਤਾ ਚੱਲਦਾ ਹੈ ਕਿ ਤੁਸੀਂ ਉਹਨਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ। ਜਦੋਂ ਤੁਹਾਡੇ ਗੁਆਂਢੀ ਤੁਹਾਨੂੰ ਕਿਸੇ ਮਾਮਲੇ 'ਚ ਪਹਿਲ ਕਰਨ ਖਾਤਰ ਕਹਿਣ ਤਾਂ ਉਹਨਾਂ ਦੀ ਗੱਲ ਮੰਨ ਲਓ। ਇਹ ਤੋਂ ਤੁਹਾਨੂੰ ਸਮਾਜ 'ਚ ਲੀਡਰ ਬਣਨ 'ਚ ਸਹਾਇਤਾ ਮਿਲਦੀ ਹੈ। ਦੂਸਰਾ, ਇਸ ਉਪਰੰਤ ਇਸ ਗੱਲ ਤੇ ਧਿਆਨ ਕੇਂਦਰਿਤ ਕਰੋ ਕਿ ਮੈਂ ਇਸ ਕੰਮ ਨੂੰ ਕਿਸ ਤਰ੍ਹਾਂ ਤੇ ਜ਼ਿਆਦਾ ਕਰ ਸਕਦਾ। ਤੁਹਾਨੂੰ ਇਸ ਸਵਾਲ ਦੇ ਰਚਨਾਤਮਕ ਜਵਾਬ ਮਿਲ ਜਾਣਗੇ। ਕੁਝ ਜਵਾਬ ਇਸ ਤਰ੍ਹਾਂ ਦੇ ਹੋਣਗੇ ਕਿ ਤੁਸੀਂ ਆਪਣੇ ਵਰਤਮਾਨ ਕੰਮ ਨੂੰ ਯੋਜਨਾਬੱਧ ਢੰਗ ਨਾਲ ਕਰੋ, ਜਾਂ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦਾ ਸ਼ਾਰਟਕਟ ਲੱਭੋ, ਜਾਂ ਮਹੱਤਵਹੀਣ ਕੰਮਾਂ ਨੂੰ ਕਰਨਾ ਪੂਰੀ ਤਰ੍ਹਾਂ ਛੱਡ ਦਿਓ। ਪਰ ਮੈਂ ਇਸ ਗੱਲ ਨੂੰ ਦੁਹਰਾਉਣਾ ਚਾਹੁੰਦਾ ਕਿ ਜ਼ਿਆਦਾ ਕੰਮ ਕਰਨ ਦੇ ਰਸਤੇ ਤੁਹਾਨੂੰ ਮਿਲ ਹੀ ਜਾਣਗੇ। ਮੈਂ ਆਪਣੇ ਜੀਵਨ 'ਚ ਇਸ ਸੰਕਲਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਹੈ। ਜੇ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਇਹਨੂੰ ਕਿਸੇ ਬਿਜ਼ੀ ਬੰਦੇ ਨੂੰ ਦੇ ਦਿਓ। ਮੈਂ ਮਹੱਤਵਪੂਰਨ ਕੰਮ ਇਹੋ ਜਿਹੇ ਬੰਦਿਆਂ ਨੂੰ ਨਹੀਂ ਦਿੰਦਾ ਜਿਨ੍ਹਾਂ ਕੋਲ ਬਹੁਤ ਵਿਹਲ ਹੋਵੇ। ਮੈਂ ਮਾੜੇ ਅਨੁਭਵਾਂ ਤੋਂ ਸਿੱਖਿਆ ਹੈ ਉਹ ਬੰਦਾ ਜਿਹਦੇ ਕੋਲ ਜ਼ਿਆਦਾ ਵਿਹਲ ਹੁੰਦੀ ਹੈ ਉਹ ਕਦੇ ਵੀ ਚੰਗਾ ਕੰਮ ਨਹੀਂ ਕਰ ਪਾਉਂਦਾ। ਮੈਂ ਜਿੰਨੇ ਵੀ ਸਫਲ ਕਾਬਲ ਬੰਦਿਆਂ ਨੂੰ ਜਾਣਦਾ ਉਹ ਸਾਰੇ ਬਹੁਤ ਰੁੱਝੇ ਹੋਏ ਆ। ਜਦੋਂ ਮੈਂ ਉਹਨਾਂ ਨਾਲ ਕੋਈ ਪ੍ਰੋਜੈਕਟ ਸ਼ੁਰੂ ਕਰਦਾ ਮੈਂ ਜਾਣਦਾ ਕਿ ਇਹ ਪ੍ਰੋਜੈਕਟ ਸਫਲਤਾ ਨਾਲ ਪੂਰਾ ਹੋ ਜਾਏਗਾ। ਮੈਂ ਦਰਜਨਾਂ ਉਦਾਹਰਨ ਵੇਖਿਆ ਹੈ ਕਿ ਕਿਸੇ ਰੁੱਝੇ ਹੋਏ ਬੰਦੇ ਕੋਲ ਸਮੇਂ ਤੋਂ ਕੰਮ ਕਰਵਾ ਸਕਦਾ, ਪਰ ਜਿਨ੍ਹਾਂ ਕੋਲ ਕੁੱਲ ਦੁਨੀਆ ਭਰ ਦਾ ਸਮਾਂ ਹੈ ਮੈਂ ਉਹਨਾਂ ਕੋਲੋਂ ਸਮੇਂ ਤੇ ਕੰਮ ਨਹੀਂ ਕਰਾ ਸਕਿਆ। ਇਹੋ ਜਿਹੇ ਲੋਕਾਂ ਨਾਲ ਕੰਮ ਕਰਨ ਦਾ ਮੇਰਾ ਅਨੁਭਵ ਨਿਰਾਸ਼ਾਜਨਕ ਹੀ ਰਿਹਾ। ਪ੍ਰਗਤੀਸ਼ੀਲ ਬਿਜ਼ਨਸ ਮੈਨੇਜਮੈਂਟ ਲਗਾਤਾਰ ਪੁੱਛਦਾ ਹੈ ਅਸੀਂ ਕਿਵੇਂ ਆਪਣੇ ਆਊਟਪੁੱਟ ਨੂੰ, ਆਪਣੇ ਉਤਪਾਦਨ ਨੂੰ ਵਧਾ ਸਕਦੇ ਹਾਂ। ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਪੁੱਛਦੇ ਮੈਂ ਕਿਸ ਤਰ੍ਹਾਂ ਆਪਣੇ ਆਊਟਪੁੱਟ ਨੂੰ, ਆਪਣੇ ਉਤਪਾਦਨ ਨੂੰ ਵਧਾ ਸਕਦਾ? ਤੁਹਾਡਾ ਦਿਮਾਗ ਆਪਣੇ ਆਪ ਇਹੋ ਜਿਹੇ ਰਚਨਾਤਮਕ ਉਪਾਅ ਦੱਸ ਦੇਗਾ। ਇਹ ਕਿਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ ਹੈ? ਹਰ ਤਰ੍ਹਾਂ ਦੇ ਸੈਂਕੜੇ ਲੋਕਾਂ ਤੋਂ ਇੰਟਰਵਿਊ ਲੈਣ ਤੋਂ ਬਾਅਦ ਮੈਂ ਖੋਜ ਕੀਤੀ ਹੈ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਤੁਹਾਨੂੰ ਬੋਲਣ ਦਾ ਉਨਾ ਹੀ ਜ਼ਿਆਦਾ ਮੌਕਾ ਦਿੰਦਾ ਹੈ। ਜਿਹੜਾ ਬੰਦਾ ਜਿੰਨਾ ਛੋਟਾ ਹੁੰਦਾ ਤੁਹਾਡੇ ਸਾਹਮਣੇ ਉਨਾ ਹੀ ਜ਼ਿਆਦਾ ਬੋਲਦਾ ਹੈ। ਵੱਡੇ ਲੋਕ ਲਗਾਤਾਰ ਸੁਣਦੇ ਆ, ਛੋਟੇ ਲੋਕ ਲਗਾਤਾਰ ਬੋਲਦੇ ਆ। ਇਹ ਵੀ ਨੋਟ ਕਰੋ। ਹਰ ਖੇਤਰ 'ਚ ਚੋਟੀ ਦੇ ਲੀਡਰ ਸਲਾਹ ਸੁਣਨ 'ਚ ਜ਼ਿਆਦਾ ਸਮਾਂ ਲਾਉਂਦੇ ਆ, ਸਲਾਹ ਦੇਣ 'ਚ ਘੱਟ। ਜਦੋਂ ਕੋਈ ਲੀਡਰ ਫੈਸਲਾ ਲੈਂਦਾ ਤਾਂ ਪੁੱਛਦਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੁਹਾਡਾ ਕੀ ਸੁਝਾਅ ਹੈ?
ਤੁਸੀਂ ਇਹਨਾਂ ਹਾਲਤਾਂ ਵਿੱਚ ਕੀ ਕਰਦੇ? ਤੁਹਾਨੂੰ ਇਹ ਕਿਵੇਂ ਲੱਗਦਾ ਹੈ? ਇਹਨੂੰ ਇਸ ਢੰਗ ਨਾਲ ਦੇਖੋ, ਲੀਡਰ ਫੈਸਲਾ ਲੈਣ ਵਾਲੀ ਇੱਕ ਇਨਸਾਨੀ ਮਸ਼ੀਨ ਹੈ। ਕਿਸੇ ਵੀ ਚੀਜ਼ ਦੇ ਉਤਪਾਦਨ ਦੇ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ। ਰਚਨਾਤਮਕ ਫੈਸਲੇ ਦੇ ਉਤਪਾਦਨ ਵਾਸਤੇ ਦੂਜਿਆਂ ਦੇ ਵਿਚਾਰ ਤੇ ਸੁਝਾਅ ਵੀ ਕੱਚੇ ਮਾਲ ਹੁੰਦੇ ਹਨ। ਇਸ ਗੱਲ ਦੀ ਆਸ ਨਾ ਕਰੋ ਕਿ ਦੂਜੇ ਲੋਕ ਤੁਹਾਨੂੰ ਰੈਡੀਮੇਡ ਹੱਲ ਸੁਝਾਅ ਦੇਣਗੇ। ਉਹਨਾਂ ਤੋਂ ਸਲਾਹ ਲੈਣ ਦਾ ਤੇ ਉਹਨਾਂ ਦੇ ਸੁਝਾਅ ਨੂੰ ਸੁਣਨ ਦਾ ਇਹ ਉਦੇਸ਼ ਨਹੀਂ ਹੁੰਦਾ। ਦੂਜੇ ਲੋਕਾਂ ਦੇ ਵਿਚਾਰ ਸੁਣਨ ਨਾਲ ਤੁਹਾਡੇ ਦਿਮਾਗ 'ਚ ਨਵੇਂ ਵਿਚਾਰ ਆਉਂਦੇ ਹਨ, ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਤੁਹਾਡਾ ਦਿਮਾਗ ਜ਼ਿਆਦਾ ਰਚਨਾਤਮਕ ਹੋ ਚੁੱਕਿਆ ਹੈ। ਹਾਲ ਹੀ ਮੈਂ ਇੱਕ ਐਗਜ਼ੀਕਿਊਟਿਵ ਮੈਨੇਜਮੈਂਟ ਸੈਮੀਨਾਰ 'ਚ ਇੱਕ ਸਟਾਫ ਇੰਸਟ੍ਰਕਟਰ ਦੇ ਰੂਪ 'ਚ ਭਾਗ ਲਿਆ। ਸੈਮੀਨਾਰ 12 ਸਤਰਾਂ ਦਾ ਸੀ। ਹਰ ਸਤਰ ਵਿੱਚ ਇੱਕ ਐਗਜ਼ੀਕਿਊਟਿਵ ਆ ਕੇ 15 ਮਿੰਟ ਦਾ ਲੈਕਚਰ ਦਿੰਦਾ। ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਮੈਨੇਜਮੈਂਟ ਸਮੱਸਿਆ ਨੂੰ ਕਿਵੇਂ ਸੁਲਝਾਇਆ। 9ਵੇਂ ਸਤਰ ਵਿੱਚ ਐਗਜ਼ੀਕਿਊਟਿਵ ਇਹੋ ਜਿਹਾ ਆਇਆ ਜਿਹੜਾ ਇੱਕ ਵੱਡੀ ਮਿਲਕ ਪ੍ਰੋਸੈਸਿੰਗ ਕੰਪਨੀ 'ਚ ਵਾਈਸ ਪ੍ਰੈਜ਼ੀਡੈਂਟ ਸੀ। ਇਸ ਐਗਜ਼ੀਕਿਊਟਿਵ ਦਾ ਲੈਕਚਰ ਜ਼ਰਾ ਹਟ ਕੇ ਸੀ। ਇਹ ਦੱਸਣ ਦੀ ਬਜਾਏ ਕਿ ਉਹਨੇ ਆਪਣੀ ਸਮੱਸਿਆ ਨੂੰ ਕਿਵੇਂ ਸੁਲਝਾਇਆ, ਉਹਨੇ ਆਪਣੇ ਲੈਕਚਰ ਦਾ ਵਿਸ਼ਾ ਰੱਖਿਆ ਲੋੜ ਹੈ। ਮੇਰੀ ਸਭ ਤੋਂ ਵੱਡੀ ਮੈਨੇਜਮੈਂਟ ਸਮੱਸਿਆ ਨੂੰ ਸੁਲਝਾਉਣ ਵਾਸਤੇ ਸਹਾਇਤਾ ਦੀ। ਉਹਨੇ ਆਪਣੀ ਸਮੱਸਿਆ ਨੂੰ ਦੱਸਿਆ, ਫਿਰ ਸਾਡੇ ਤੋਂ ਇਹਨੂੰ ਸੁਲਝਾਉਣ ਵਾਸਤੇ ਵਿਚਾਰ ਮੰਗੇ। ਉਹਨੂੰ ਬਹੁਤ ਸਾਰੇ ਵਿਚਾਰ ਦਿੱਤੇ ਗਏ ਤੇ ਉਹਨੇ ਉਹਨਾਂ ਸਾਰੇ ਵਿਚਾਰਾਂ ਨੂੰ ਇੱਕ ਸਟੈਨੋਗ੍ਰਾਫਰ ਕੋਲੋਂ ਲਿਖਵਾ ਲਿਆ। ਬਾਅਦ 'ਚ ਮੈਂ ਇਸ ਬੰਦੇ ਨਾਲ ਵਿਚਾਰ ਕੀਤੀ ਤੇ ਉਹਦੇ ਇਸ ਅਦਭੁਤ ਤਕਨੀਕ ਲਈ ਮੈਂ ਉਹਨੂੰ ਵਧਾਈ ਦਿੱਤੀ। ਉਹਦਾ ਕਹਿਣਾ ਸੀ, ਇਸ ਸਮੂਹ ਵਿੱਚ ਬੜੇ ਬੁੱਧੀਮਾਨ ਲੋਕ ਹੈ। ਮੈਂ ਇਹੀ ਸੋਚਿਆ ਕਿ ਕਿਉਂ ਨਾ ਇਹਨਾਂ ਦੀ ਬੁੱਧੀਮੱਤਾ ਦਾ ਲਾਭ ਉਠਾਇਆ ਜਾਏ। ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਕਿਸੇ ਨੇ ਉਸ ਸਤਰ ਦੌਰਾਨ ਇਹੋ ਜਿਹਾ ਕੁਝ ਕਿਹਾ ਹੋਵੇ ਜਿਸ ਨਾਲ ਮੈਨੂੰ ਸਮੱਸਿਆ ਸੁਲਝਾਉਣ 'ਚ ਸਹਾਇਤਾ ਮਿਲੇ। ਧਿਆਨ ਰੱਖੋ, ਐਗਜ਼ੀਕਿਊਟਿਵ ਨੇ ਸਮੱਸਿਆ ਦੱਸਣ ਦੇ ਬਾਅਦ ਲੋਕਾਂ ਦੀਆਂ ਗੱਲਾਂ ਸੁਣੀਆਂ। ਇਸ ਤਰ੍ਹਾਂ ਉਹਨੂੰ ਨਤੀਜੇ ਤੇ ਪੁੱਜਣ ਲਈ ਕੱਚਾ ਮਾਲ ਮਿਲ ਗਿਆ। ਉਹਨੂੰ ਫਾਇਦਾ ਵੀ ਹੋਇਆ। ਲੋਕਾਂ ਨੂੰ ਉਹਦੇ ਲੈਕਚਰ ਸੁਣਨ 'ਚ ਮਜ਼ਾ ਆ ਗਿਆ ਕਿਉਂਕਿ ਇਸ 'ਚ ਉਹਨਾਂ ਨੂੰ ਆਪਣਾ ਯੋਗਦਾਨ ਦੇਣ ਦਾ ਮੌਕਾ ਮਿਲਿਆ। ਸਫਲ ਬਿਜ਼ਨਸ ਕੰਪਨੀਆਂ ਗਾਹਕਾਂ ਦੇ ਸਰਵੇਖਣ ਤੇ ਕਾਫੀ ਰਕਮਾਂ ਖਰਚ ਕਰਦੀਆਂ। ਉਹ ਲੋਕਾਂ ਤੋਂ ਕਿਸੇ ਸਮਾਨ ਦੇ ਸਵਾਦ, ਕੁਆਲਿਟੀ, ਆਕਾਰ ਤੇ ਸਜਾਵਟ ਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛਦੀਆਂ। ਲੋਕਾਂ ਦੀ ਰਾਏ ਜਾਣਨ ਨਾਲ ਉਹਨਾਂ ਨੂੰ ਤੈਅ ਕਰਨ 'ਚ ਸਹਾਇਤਾ ਮਿਲਦੀ ਹੈ ਕਿ ਇਸ ਸਮਾਨ ਨੂੰ ਜ਼ਿਆਦਾ ਵੇਚਣਯੋਗ ਕਿਵੇਂ ਬਣਾਇਆ ਜਾ ਸਕਦਾ ਹੈ। ਇਸ ਤੋਂ ਨਿਰਮਾਤਾ ਇਹ ਵੀ ਜਾਣ ਲੈਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਵਿਗਿਆਪਨ ਦੇਵੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਹਦਾ ਸਮਾਨ ਖਰੀਦਣ। ਸਫਲ ਉਤਪਾਦਾਂ ਨੂੰ ਵਿਕਸਿਤ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਜਿੰਨੇ ਵਿਚਾਰ ਜਾਣ ਸਕੋ ਜਾਣਨ ਦੀ ਕੋਸ਼ਿਸ਼ ਕਰੋ। ਸਮਾਨ ਖਰੀਦਣ ਵਾਲੇ ਲੋਕਾਂ ਦੀ ਰਾਏ ਜਾਣੋ, ਫਿਰ ਉਸ ਸਮਾਨ ਨੂੰ ਵੇਚਣ ਦਾ ਕੋਈ ਇਹੋ ਜਿਹਾ ਤਰੀਕਾ ਲੱਭੋ ਜਿਸ ਨਾਲ ਉਹ ਸਮਾਨ ਵੱਧ ਤੋਂ ਵੱਧ ਲੋਕਾਂ ਨੂੰ ਪਸੰਦ ਆ ਜਾਏ। ਇੱਕ ਆਫਿਸ 'ਚ ਮੈਂ ਇੱਕ ਪੋਸਟਰ ਲੱਗਿਆ ਵੇਖਿਆ ਜਿਹਤੇ ਲਿਖਿਆ ਹੋਇਆ ਸੀ, ਜਾਨ ਬਰਾਊਨ ਨੂੰ ਕੋਈ ਸਮਾਨ ਵੇਚਣ ਲਈ ਤੁਹਾਨੂੰ ਚੀਜ਼ਾਂ ਨੂੰ ਜੌਨ ਬਰਾਊਨ ਦੀਆਂ ਨਜ਼ਰਾਂ ਨਾਲ ਵੇਖਣਾ ਪਏਗਾ। ਜੌਨ ਬਰਾਊਨ ਦੀਆਂ ਨਜ਼ਰਾਂ ਨਾਲ ਚੀਜ਼ਾਂ ਨੂੰ ਵੇਖਣ ਲਈ ਤੁਹਾਨੂੰ ਜੌਨ ਬਰਾਊਨ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਤੁਹਾਡੇ ਕੰਨ ਤੁਹਾਡੇ ਦਿਮਾਗ ਦੇ ਵਾਲਵ ਹੈ। ਉਹ ਤੁਹਾਡੇ ਦਿਮਾਗ ਅੰਦਰ ਕੱਚਾ ਮਾਲ ਪਾਉਂਦੇ ਆ ਜਿਹਨੂੰ ਤੁਸੀਂ ਰਚਨਾਤਮਕ ਊਰਜਾ ਤੇ ਬਦਲ ਸਕਦੇ ਹੋ। ਅਸੀਂ ਬੋਲਣ ਨਾਲ ਕੁਝ ਨਹੀਂ ਸਿੱਖਦੇ, ਪਰ ਅਸੀਂ ਪੁੱਛਣ ਤੇ ਸੁਣਨ ਨਾਲ ਬਹੁਤ ਕੁਝ ਸਿੱਖ ਸਕਦੇ ਹਾਂ। ਪੁੱਛਣ ਤੇ ਸੁਣਨ ਦੇ ਮਾਧਿਅਮ ਨਾਲ ਆਪਣੀ ਰਚਨਾਤਮਕਤਾ ਨੂੰ ਵਧਾਉਣ ਲਈ ਇਹਨਾਂ 3 ਪੌੜੀਆਂ ਦੇ ਪ੍ਰੋਗਰਾਮ ਨੂੰ ਅਜ਼ਮਾਓ। ਪਹਿਲਾ, ਦੂਜੇ ਲੋਕਾਂ ਨੂੰ ਬੋਲਣ ਲਈ ਹੱਲਾਸ਼ੇਰੀ ਦਿਓ। ਨਿੱਜੀ ਚਰਚਾ ਜਾਂ ਸਮੂਹ ਬੈਠਕਾਂ 'ਚ ਲੋਕਾਂ ਨੂੰ ਬੋਲਣ ਲਈ ਕਿੰਝ ਉਕਸਾਓ। ਮੈਨੂੰ ਆਪਣੇ ਅਨੁਭਵ ਦੱਸੋ ਜਾਂ ਤੁਹਾਨੂੰ ਕੀ ਲੱਗਦਾ ਇਸ ਬਾਰੇ ਕੀ ਕੀਤਾ ਜਾਣਾ ਚਾਹੀਦਾ ਹੈ। ਲੱਗਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ? ਦੂਜੇ ਲੋਕਾਂ ਨੂੰ ਬੋਲਣ ਲਈ ਹੱਲਾਸ਼ੇਰੀ ਦਿਓ, ਜਿਸ ਨਾਲ ਤੁਹਾਨੂੰ 2 ਫਾਇਦੇ ਹੋਣਗੇ। ਤੁਹਾਡਾ ਦਿਮਾਗ ਉਸ ਕੱਚੇ ਮਾਲ ਨੂੰ ਸੋਖ ਲਏਗਾ ਜਿਹਨੂੰ ਤੁਸੀਂ ਰਚਨਾਤਮਕ ਵਿਚਾਰਾਂ 'ਚ ਬਦਲ ਸਕਦੇ ਹੋ, ਤੇ ਇਹਦੇ ਇਲਾਵਾ ਤੁਹਾਡੇ ਬਹੁਤ ਸਾਰੇ ਦੋਸਤ ਬਣ ਜਾਣਗੇ। ਜੇ ਤੁਸੀਂ ਲੋਕਾਂ ਨੂੰ ਬੋਲਣ ਲਈ ਹੀ ਹੱਲਾਸ਼ੇਰੀ ਦਿੰਦੇ ਹੋ ਤਾਂ ਦੋਸਤ ਬਣਾਉਣ ਦਾ ਇਹ ਤੋਂ ਵਧੀਆ ਹੋਰ ਕੋਈ ਤਰੀਕਾ ਹੋ ਹੀ ਨਹੀਂ ਸਕਦਾ। ਦੂਸਰਾ, ਆਪਣੇ ਵਿਚਾਰਾਂ ਨੂੰ ਦੂਜਿਆਂ ਦੇ ਸਾਹਮਣੇ ਸਵਾਲਾਂ ਦੇ ਰੂਪ 'ਚ ਰੱਖੋ। ਦੂਜੇ ਲੋਕਾਂ ਨੂੰ ਮੌਕਾ ਦਿਓ ਕਿ ਤੁਹਾਡੇ ਵਿਚਾਰਾਂ ਨੂੰ ਬਿਹਤਰ ਸ਼ਕਲ ਦੇਣ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਦੀ ਸ਼ੈਲੀ ਅੰਦਰ ਸੁਝਾਅ ਦਿਓ। ਜਿੱਦੀ ਨਾ ਬਣੋ। ਕਿਸੇ ਨਵੇਂ ਵਿਚਾਰ ਨੂੰ ਇਸ ਤਰ੍ਹਾਂ ਪੇਸ਼ ਨਾ ਕਰੋ ਜਿਵੇਂ ਸਿੱਧਾ ਅਸਮਾਨ ਤੋਂ ਆਇਆ ਹੋਵੇ। ਪਹਿਲਾਂ ਥੋੜ੍ਹਾ ਜਿਹਾ ਗੈਰ ਰਸਮੀ ਸੋਧ ਕਰ ਲਓ। ਦੇਖੋ ਕਿ ਇਸ ਬਾਰੇ ਤੁਹਾਡੇ ਸਾਥੀਆਂ ਦੀਆਂ ਕੀ ਪ੍ਰਕਿਰਿਆਵਾਂ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਤਾਂ ਯਕੀਨਨ ਤੁਹਾਡਾ ਵਿਚਾਰ ਪਹਿਲਾਂ ਤੋਂ ਬਿਹਤਰ ਹੋ ਜਾਏਗਾ। ਤੀਸਰਾ, ਸਾਹਮਣੇ ਵਾਲਾ ਜਿਹੜਾ ਕੁਝ ਕਹਿ ਰਿਹਾ ਹੈ ਉਹਨੂੰ ਧਿਆਨ ਨਾਲ ਸੁਣੋ।
ਸੁਣਨ ਦਾ ਅਰਥ ਇਹ ਨਹੀਂ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ। ਸੁਣਨ ਦਾ ਮਤਲਬ ਹੈ ਜਿਹੜਾ ਕੁਝ ਕਿਹਾ ਜਾ ਰਿਹਾ ਤੁਹਾਡਾ ਸਾਰਾ ਧਿਆਨ ਉਸ ਵੱਲ ਹੈ। ਜ਼ਿਆਦਾਤਰ ਲੋਕ ਸੁਣਨ ਦੀ ਬਜਾਏ ਸੁਣਨ ਦਾ ਨਾਟਕ ਕਰਦੇ ਹੈ। ਉਹ ਸਾਹਮਣੇ ਵਾਲੇ ਦੀ ਗੱਲ ਖਤਮ ਹੋਣ ਦੇ ਇੰਤਜ਼ਾਰ ਕਰਦੇ ਆ ਤਾਂ ਜੋ ਉਹ ਆਪਣੀ ਗੱਲ ਕਹਿਣੀ ਸ਼ੁਰੂ ਕਰ ਦੇਣ। ਸਾਹਮਣੇ ਵਾਲੇ ਦੀ ਗੱਲ ਪੂਰੇ ਧਿਆਨ ਨਾਲ ਸੁਣੋ, ਉਹਦਾ ਮੁਲਾਂਕਣ ਕਰੋ। ਇਸ ਪ੍ਰਕਾਰ ਤੁਹਾਡੇ ਆਪਣੇ ਦਿਮਾਗ ਲਈ ਕੱਚਾ ਮਾਲ ਇਕੱਠਾ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਪ੍ਰਸਿੱਧ ਯੂਨੀਵਰਸਿਟੀਆਂ 'ਚ ਸੀਨੀਅਰ ਬਿਜ਼ਨਸ ਐਗਜ਼ੀਕਿਊਟਿਵ ਦੇ ਲਈ ਐਡਵਾਂਸ ਮੈਨੇਜਮੈਂਟ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਸਪਾਂਸਰਾਂ ਮੁਤਾਬਿਕ ਇਹਨਾਂ ਪ੍ਰੋਗਰਾਮਾਂ ਦਾ ਨਿਸ਼ਾਨਾ ਇਹਨਾਂ ਐਗਜ਼ੀਕਿਊਟਿਵਾਂ ਨੂੰ ਰੈਡੀਮੇਡ ਫਾਰਮੂਲੇ ਦੇਣਾ ਨਹੀਂ, ਬਲਕਿ ਨਵੇਂ ਵਿਚਾਰ ਤੇ ਆਦਾਨ ਪ੍ਰਦਾਨ ਦਾ ਮੌਕਾ ਦੇਣਾ ਹੈ। ਇੱਥੇ ਐਗਜ਼ੀਕਿਊਟਿਵ ਕਾਲਜਾਂ ਤੇ ਹੋਟਲਾਂ ਵਿੱਚ ਰਹਿੰਦੇ ਹਨ, ਜਿਸ ਨਾਲ ਉਹਨਾਂ ਦਾ ਆਪਸੀ ਵਿਚਾਰ ਵਟਾਂਦਰਾ ਚੰਗੀ ਤਰ੍ਹਾਂ ਨਹੀਂ ਹੋ ਸਕਦਾ। ਸੰਖੇਪ 'ਚ ਐਗਜ਼ੀਕਿਊਟਿਵਾਂ ਨੂੰ ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਹਨਾਂ ਨੂੰ ਨਵੇਂ ਵਿਚਾਰ ਕਰਨ ਦੀ ਪ੍ਰੇਰਨਾ ਮਿਲਦੀ ਹੈ। 1 ਸਾਲ ਪਹਿਲਾਂ ਮੈਂ ਐਟਲਾਂਟਾ ਦੇ ਸੇਲਸ ਮੈਨੇਜਮੈਂਟ ਸਕੂਲ ਦੇ ਇੱਕੋ ਇੱਕ ਹਫ਼ਤੇ ਦੇ 2 ਸਤਰ ਆਯੋਜਿਤ ਕੀਤੇ, ਜਿਨ੍ਹਾਂ ਨੂੰ ਨੈਸ਼ਨਲ ਸੇਲਸ ਐਗਜ਼ੀਕਿਊਟਿਵਸ ਇੰਕ ਨੇ ਸਪਾਂਸਰ ਕੀਤਾ ਸੀ। ਕੁਝ ਹਫ਼ਤਿਆਂ ਬਾਅਦ ਮੈਂ ਇੱਕ ਸੇਲਸਮੈਨ ਮਿੱਤਰ ਨੂੰ ਮਿਲਿਆ ਜਿਹਦੇ ਮੈਨੇਜਰ ਨੇ ਉਸ ਟ੍ਰੇਨਿੰਗ ਪ੍ਰੋਗਰਾਮ 'ਚ ਭਾਗ ਲਿਆ ਸੀ। ਸਕੂਲ 'ਚ ਤੁਸੀਂ ਸਾਡੇ ਸੇਲਸ ਮੈਨੇਜਰ ਨੂੰ ਬਹੁਤ ਸਾਰੀਆਂ ਗੱਲਾਂ ਸਿਖਾ ਦਿੱਤੀਆਂ ਕਿ ਕੰਪਨੀ ਨੂੰ ਬਿਹਤਰ ਢੰਗ ਨਾਲ ਕਿਵੇਂ ਚਲਾਇਆ ਜਾ ਸਕਦਾ ਹੈ, ਮੇਰੇ ਨੌਜਵਾਨ ਮਿੱਤਰ ਨੇ ਕਿਹਾ। ਦਰਅਸਲ ਕਾਰਨ ਮੈਂ ਉਹਨੂੰ ਪੁੱਛਿਆ ਕਿ ਉਹ ਵਿਸਥਾਰ ਨਾਲ ਦੱਸੇ ਕਿ ਉਹਨੇ ਆਪਣੇ ਮੈਨੇਜਰ 'ਚ ਕੀ ਬਦਲਾਅ ਦੇਖਿਆ। ਮੇਰੇ ਮਿੱਤਰ ਨੇ ਕਈ ਗੱਲਾਂ ਗਿਣਵਾਤੀਆਂ। ਕੰਪਨਸੇਸ਼ਨ ਪਲਾਨ ਸੁਧਾਰ, ਮਹੀਨੇ 'ਚ 1 ਵਾਰ ਦੀ ਥਾਂ 2 ਵਾਰ ਸੇਲਸ ਮੀਟਿੰਗ, ਨਵੇਂ ਬਿਜ਼ਨਸ ਕਾਰਡ ਤੇ ਸਟੇਸ਼ਨਰੀ, ਸੇਲਸ ਟੈਰੀਟਰੀ ਦਾ ਪੁਨਰਗਠਨ। ਤੇ ਮਜ਼ੇ ਦੀ ਗੱਲ ਇਹ ਸੀ ਕਿ ਟ੍ਰੇਨਿੰਗ ਪ੍ਰੋਗਰਾਮ 'ਚ ਇਹਨਾਂ 'ਚੋਂ ਕਿਸੇ ਦਾ ਵੀ ਸਿੱਧਾ ਉਲੇਖ ਨਹੀਂ ਸੀ ਕੀਤਾ ਗਿਆ। ਸੇਲਸ ਮੈਨੇਜਰ ਨੂੰ ਡੱਬਾਬੰਦ ਤਕਨੀਕਾਂ ਨਹੀਂ ਸੀ ਦਿੱਤੀਆਂ ਗਈਆਂ। ਇਹਦੀ ਬਜਾਏ ਉਹਨੇ ਬੜਾ ਕੁਝ ਕੀਮਤੀ ਸਿੱਖਿਆ। ਇਹ ਸਿੱਖਿਆ ਕਿ ਦੂਜਿਆਂ ਦੇ ਵਿਚਾਰਾਂ ਨੂੰ ਉਹ ਕਿਵੇਂ ਆਪਣੇ ਵਿਚਾਰਾਂ ਨਾਲ ਪ੍ਰੇਰਿਤ ਕਰ ਸਕਦਾ ਹੈ ਤਾਂ ਜੋ ਉਹਨੂੰ ਉਹਦੀ ਕੰਪਨੀ ਨੂੰ ਫਾਇਦਾ ਹੋਵੇ। ਪੇਂਟ ਨਿਰਮਾਤਾ ਕੋਲ ਕੰਮ ਕਰਨ ਲਈ ਇੱਕ ਨੌਜਵਾਨ ਅਕਾਊਂਟੈਂਟ ਨੇ ਮੈਨੂੰ ਦੱਸਿਆ ਕਿ ਦੂਜੇ ਦੇ ਵਿਚਾਰਾਂ ਨੂੰ ਸੁਣਨ ਦੇ ਕਾਰਨ ਉਹਨੂੰ ਇੱਕ ਵਾਰੀ ਬੜੀ ਸਫਲਤਾ ਮਿਲੀ। ਮੈਂ ਰੀਅਲ ਐਸਟੇਟ ਦੇ ਕੰਮ 'ਚ ਕਦੇ ਵੀ ਜ਼ਿਆਦਾ ਰੁਚੀ ਨਹੀਂ ਸੀ ਲਈ। ਉਹਨੇ ਮੈਨੂੰ ਦੱਸਿਆ ਕਿ ਮੈਂ ਕਈ ਸਾਲਾਂ ਤੋਂ ਪ੍ਰੋਫੈਸ਼ਨਲ ਅਕਾਊਂਟੈਂਟ ਹਾਂ ਤੇ ਮੈਂ ਆਪਣੇ ਕੰਮ ਨਾਲ ਕੰਮ ਰੱਖਦਾ। ਇੱਕ ਦਿਨ ਇੱਕ ਰੀਅਲੇਟਰ ਮਿੱਤਰ ਨੇ ਮੈਨੂੰ ਸ਼ਹਿਰ ਦੇ ਰੀਅਲ ਐਸਟੇਟ ਸਮੂਹਾਂ ਦੇ ਨਾਲ ਲੰਚ ਲੈਣ ਲਈ ਬੁਲਾਇਆ। ਉਸ ਦਿਨ ਦਾ ਵਕਤਾ ਇੱਕ ਬਿਰਧ ਸੀ ਜਿਹਨੇ ਸ਼ਹਿਰ ਨੂੰ ਵੱਧਦਾ ਹੋਇਆ ਦੇਖਿਆ ਸੀ। ਉਹਦੀ ਚਰਚਾ ਦਾ ਵਿਸ਼ਾ ਸੀ ਅਗਲੇ 20 ਸਾਲ। ਉਹਨੇ ਇਹ ਭਵਿੱਖਬਾਣੀ ਕੀਤੀ ਕਿ ਕੁਝ ਹੀ ਸਮੇਂ 'ਚ ਸ਼ਹਿਰ ਇੰਨਾ ਫੈਲ ਜਾਏਗਾ ਕਿ ਉਹ ਆਲੇ ਦੁਆਲੇ ਦੇ ਖੇਤਾਂ ਵਾਲੀਆਂ ਜ਼ਮੀਨਾਂ ਨੂੰ ਵੀ ਆਪਣੇ ਵਿੱਚ ਸਮੋ ਲਏਗਾ। ਉਹਨੇ ਇਹ ਵੀ ਭਵਿੱਖਬਾਣੀ ਕੀਤੀ ਕਿ 2 ਤੋਂ 5 ਏਕੜ ਦੇ ਜੈਂਟਲਮੈਨ ਸਾਈਜ਼ ਦੇ ਫਾਰਮ ਹਾਊਸ ਦੀ ਰਿਕਾਰਡ ਤੋੜ ਮੰਗ ਹੋਣ ਵਾਲੀ ਹੈ। ਇਹੋ ਜਿਹੇ ਫਾਰਮ ਹਾਊਸ ਜਿਨ੍ਹਾਂ ਵਿੱਚ ਬਿਜ਼ਨਸਮੈਨ ਜਾਂ ਪ੍ਰੋਫੈਸ਼ਨਲ ਸਵਿਮਿੰਗ ਪੂਲ ਬਣਵਾ ਸਕਣ, ਘੋੜੇ ਰੱਖ ਸਕਣ, ਬਾਗ ਬਗੀਚੇ ਲਾ ਸਕਣ ਤੇ ਦੂਜੀਆਂ ਇਹੋ ਜਿਹੀਆਂ ਸ਼ੌਕੀਆ ਚੀਜ਼ਾਂ ਬਣਵਾ ਸਕਣ। ਇਸ ਬਿਰਧ ਦੀਆਂ ਗੱਲਾਂ ਸੁਣ ਕੇ ਮੈਨੂੰ ਪ੍ਰੇਰਨਾ ਮਿਲੀ। ਉਹਨੇ ਜਿਸ ਤਰ੍ਹਾਂ ਦੇ ਫਾਰਮ ਹਾਊਸ ਦਾ ਜ਼ਿਕਰ ਕੀਤਾ, ਮੈਂ ਵੀ ਉਸੇ ਤਰ੍ਹਾਂ ਦਾ ਫਾਰਮ ਹਾਊਸ ਤਲਾਸ਼ ਕਰ ਰਿਹਾ ਸੀ। ਅਗਲੇ ਕੁਝ ਦਿਨਾਂ 'ਚ ਮੈਂ ਆਪਣੇ ਕਈ ਦੋਸਤਾਂ ਨੂੰ ਪੁੱਛਿਆ ਕਿ ਕਿਸੇ ਦਿਨ 5 ਏਕੜ ਦੀ ਐਸਟੇਟ ਦਾ ਮਾਲਕ ਬਣਨ ਬਾਰੇ ਉਹਨਾਂ ਦਾ ਕੀ ਵਿਚਾਰ ਹੈ। ਹਰ ਆਦਮੀ ਨੂੰ ਇਹ ਵਿਚਾਰ ਬੜਾ ਪਸੰਦ ਆਇਆ। ਮੈਂ ਇਸ ਬਾਰੇ ਲਗਾਤਾਰ ਸੋਚਦਾ ਰਿਹਾ, ਆਪਣੇ ਆਪ ਨੂੰ ਇਹ ਸਵਾਲ ਪੁੱਛਦਾ ਰਿਹਾ ਕਿ ਮੈਂ ਇਸ ਵਿਚਾਰ ਨੂੰ ਕਿਸ ਤਰ੍ਹਾਂ ਫਾਇਦੇਮੰਦ ਬਿਜ਼ਨਸ 'ਚ ਬਦਲ ਸਕਦਾ। ਫਿਰ ਇੱਕ ਦਿਨ ਜਦੋਂ ਮੈਂ ਨੌਕਰੀ ਤੇ ਜਾ ਰਿਹਾ ਸੀ, ਅਚਨਚੇਤ ਮੇਰੇ ਦਿਮਾਗ 'ਚ ਜਵਾਬ ਚਮਕਿਆ, ਕਿਉਂ ਨਾ ਇੱਕ ਫਾਰਮ ਖਰੀਦਿਆ ਜਾਏ, ਇਹਨੂੰ ਛੋਟੇ-ਛੋਟੇ ਐਸਟੇਟਾਂ 'ਚ ਵੰਡਿਆ ਜਾਏ। ਇਸ ਤਰ੍ਹਾਂ ਮੈਨੂੰ ਜ਼ਮੀਨ ਸਸਤੇ ਭਾਅ ਤੇ ਮਿਲ ਸਕਦੀ ਹੈ ਤੇ ਐਸਟੇਟਾਂ ਨੂੰ ਮਹਿੰਗੇ ਭਾਅ ਤੇ ਵੇਚ ਸਕਦਾ। ਸ਼ਹਿਰ ਤੋਂ 22 ਮੀਲ ਦੂਰ ਮੈਨੂੰ 50 ਏਕੜ ਦਾ ਫਾਰਮ $8500 'ਚ ਮਿਲ ਗਿਆ। ਮੈਂ ਉਹਨੂੰ ਖਰੀਦ ਲਿਆ। ਖਰੀਦਣ ਵਕਤ ਕੇਵਲ 1/3 ਨਕਦ ਦਿੱਤੇ, ਬਾਕੀ ਰਕਮ ਦੀਆਂ ਕਿਸ਼ਤਾਂ ਬਣ ਲਈਆਂ। ਫਿਰ ਜਿੱਥੇ ਦਰਖਤ ਨਹੀਂ ਸੀ ਉੱਥੇ ਮੈਂ ਚੀੜ ਦੇ ਦਰਖਤ ਲਾਤੇ। ਮੈਂ ਇਸ ਲਈ ਕੀਤਾ ਕਿਉਂਕਿ ਮੈਨੂੰ ਕਿਸੇ ਰੀਅਲ ਐਸਟੇਟ ਬਿਜ਼ਨਸ ਦੇ ਬੰਦੇ ਨੇ ਦੱਸਿਆ ਵੀ ਲੋਕੀ ਅੱਜ ਕੱਲ੍ਹ ਦਰਖਤ ਪਸੰਦ ਕਰਦੇ ਆ ਤੇ ਬਹੁਤ ਸਾਰੇ ਦਰਖਤ ਹੋਣ ਤਾਂ ਹੋਰ ਵੀ ਚੰਗਾ ਹੈ। ਮੈਂ ਆਪਣੇ ਸੰਭਾਵਿਤ ਗਾਹਕਾਂ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਅੱਜ ਤੋਂ ਕੁਝ ਸਾਲਾਂ ਬਾਅਦ ਉਹਨਾਂ ਦੇ ਐਸਟੇਟ ਵਿੱਚ ਸਾਰੇ ਚੀੜ ਦੇ ਸੁੰਦਰ ਦਰਖਤ ਲੱਗੇ ਹੋਣਗੇ। ਫਿਰ ਮੈਂ ਇੱਕ ਸਰਵੇਅਰ ਨੂੰ ਬੁਲਾ ਕੇ ਉਸ 50 ਏਕੜ ਦੇ ਫਾਰਮ ਨੂੰ 5 ਏਕੜ ਦੇ 10 ਫਾਰਮ ਹਾਊਸਾਂ 'ਚ ਵੰਡ ਦਿੱਤਾ। ਹੁਣ ਮੈਂ ਫਾਰਮ ਹਾਊਸ ਨੂੰ ਵੇਚਣ ਲਈ ਤਿਆਰ ਸੀ। ਮੈਂ ਸ਼ਹਿਰ ਦੇ
ਕਈ ਨੌਜਵਾਨ ਐਗਜ਼ੀਕਿਊਟਿਵਾਂ ਦੇ ਨਾਂ ਪਤੇ ਲਏ, ਛੋਟੇ ਪੈਮਾਨੇ ਤੇ ਸਾਰਿਆਂ ਨੂੰ ਸਿੱਧੀਆਂ ਚਿੱਠੀਆਂ ਲਿਖੀਆਂ। ਮੈਂ ਦੱਸਿਆ ਕਿ ਕਿਸ ਤਰ੍ਹਾਂ ਕੇਵਲ $3000 ਵਿੱਚ, ਜਿਸ ਨਾਲ ਸ਼ਹਿਰ ਅੰਦਰ ਇੱਕ ਛੋਟਾ ਜਿਹਾ ਪਲਾਟ ਵੀ ਮਿਲ ਸਕੇਗਾ, ਉਹ ਸ਼ਹਿਰ ਤੋਂ ਥੋੜੀ ਜਿਹੀ ਦੂਰੀ ਤੇ ਐਸਟੇਟ ਖਰੀਦ ਸਕਦੇ ਆ। ਮੈਂ ਉਹਨਾਂ ਨੂੰ ਮਨੋਰੰਜਨ ਤੇ ਚੰਗੀ ਸਿਹਤ ਵਾਲੇ ਜੀਵਨ ਦੀਆਂ ਸੰਭਾਵਨਾਵਾਂ ਦੇ ਬਾਰੇ ਦੱਸਿਆ। 6 ਹਫ਼ਤਿਆਂ 'ਚ ਕੇਵਲ ਸ਼ਾਮ ਨੂੰ ਤੇ ਹਫ਼ਤੇ ਦੇ ਆਖਰੀ ਦਿਨਾਂ 'ਚ ਕੰਮ ਕਰਕੇ ਮੈਂ ਸਾਰੇ ਫਾਰਮ ਹਾਊਸ ਵੇਚ ਦਿੱਤੇ। ਕੁੱਲ ਆਮਦਨ ਹੋਈ $30,000। ਕੁੱਲ ਖਰਚ, ਜਿਸ 'ਚ ਜ਼ਮੀਨ, ਵਿਗਿਆਪਨ, ਸਰਵੇਇੰਗ ਤੇ ਕਾਨੂੰਨੀ ਖਰਚ ਸ਼ਾਮਲ ਸਨ, $10,400 ਤੇ ਮੁਨਾਫਾ ਸੀ $19,600। ਮੈਨੂੰ ਇੰਨਾ ਫਾਇਦਾ ਇਸ ਲਈ ਹੋਇਆ ਕਿਉਂਕਿ ਮੈਂ ਦੂਜੇ ਸਿਆਣੇ ਲੋਕਾਂ ਦੇ ਵਿਚਾਰਾਂ ਨਾਲ ਮੁਨਾਫਾ ਚੁੱਕਿਆ। ਜੇ ਮੈਂ ਰੀਅਲ ਐਸਟੇਟ ਦੇ ਲੋਕਾਂ ਨਾਲ ਲੰਚ ਤੇ ਨਹੀਂ ਜਾਂਦਾ ਕਿਉਂਕਿ ਮੇਰੇ ਕਾਰੋਬਾਰ ਨਾਲ ਜੁੜੇ ਹੋਏ ਲੋਕ ਨਹੀਂ ਸੀ, ਤਾਂ ਮੇਰੇ ਦਿਮਾਗ ਅੰਦਰ ਮੁਨਾਫਾ ਕਮਾਉਣ ਦੀ ਇਹ ਸਫਲ ਯੋਜਨਾ ਆਈ ਨਹੀਂ ਸੀ ਸਕਦੀ। ਦਿਮਾਗੀ ਪ੍ਰੇਰਨਾ ਹਾਸਲ ਕਰਨ ਦੇ ਕਈ ਢੰਗ ਹੁੰਦੇ ਆ, ਪਰ ਇੱਥੇ 2 ਢੰਗ ਦਿੱਤੇ ਜਾ ਰਹੇ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਜੀਵਨ 'ਚ ਅਪਣਾ ਸਕਦੇ ਹੋ। ਪਹਿਲਾ ਢੰਗ, ਤੁਸੀਂ ਘੱਟੋ ਘੱਟ ਇੱਕ ਇਹੋ ਜਿਹੇ ਪ੍ਰੋਫੈਸ਼ਨਲ ਸਮੂਹ ਨਾਲ ਜੁੜੋ ਜਿਹੜਾ ਤੁਹਾਡੇ ਕਾਰੋਬਾਰ ਨਾਲ ਸੰਬੰਧਿਤ ਹੋਵੇ। ਸਫਲਤਾ ਦੀ ਚਾਹ ਰੱਖਣ ਵਾਲੇ ਲੋਕਾਂ ਦੇ ਨਾਲ ਮਿਲੋ ਜੁਲੋ, ਉਹਨਾਂ ਨਾਲ ਵਿਚਾਰ ਵਟਾਂਦਰਾ ਤਾਂ ਕਰੋ। ਕਿੰਨੀ ਵਾਰੀ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਅੱਜ ਮੀਟਿੰਗ 'ਚ ਮੈਨੂੰ ਇਹ ਵਧੀਆ ਵਿਚਾਰ ਮਿਲਿਆ, ਜਾਂ ਕੱਲ੍ਹ ਦੀ ਮੀਟਿੰਗ 'ਚ ਮੈਂ ਇਹ ਸੋਚਿਆ। ਯਾਦ ਰੱਖੋ, ਉਹ ਦਿਮਾਗ ਜਿਹੜਾ ਕੇਵਲ ਆਪਣੇ ਬਣਾਏ ਖਾਣੇ ਤੇ ਜਿਉਂਦਾ ਰਹਿੰਦਾ, ਛੇਤੀ ਮਾੜੇ ਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਰਚਨਾਤਮਕ ਪ੍ਰਗਤੀਸ਼ੀਲ ਵਿਚਾਰਾਂ ਨੂੰ ਸੋਚਣ 'ਚ ਅਸਮਰਥ ਹੋ ਜਾਂਦਾ ਹੈ। ਦੂਜਿਆਂ ਦੇ ਵਿਚਾਰਾਂ ਨਾਲ ਪ੍ਰੇਰਿਤ ਹੋਣਾ ਤੁਹਾਡੇ ਦਿਮਾਗ ਵਾਸਤੇ ਉੱਤਮ ਖੁਰਾਕ ਸਾਬਤ ਹੁੰਦੀ ਹੈ। ਦੂਜੀ ਗੱਲ, ਆਪਣੇ ਕਾਰੋਬਾਰ ਤੋਂ ਬਾਹਰ ਘੱਟੋ ਘੱਟ ਕਿਸੇ ਇੱਕ ਸਮੂਹ ਨਾਲ ਜੁੜੋ। ਆਪਣੇ ਕਾਰੋਬਾਰ ਤੋਂ ਬਾਹਰ ਦੇ ਲੋਕਾਂ ਨਾਲ ਮਿਲਣ ਨਾਲ ਤੁਹਾਡੀ ਸੋਚ ਵਿਆਪਕ ਹੁੰਦੀ ਹੈ, ਤੁਸੀਂ ਵੱਡੀ ਤਸਵੀਰ ਦੇਖ ਪਾਉਂਦੇ ਹੋ। ਤੁਸੀਂ ਇਹ ਜਾਣ ਕੇ ਹੈਰਾਨ ਹੋਗੇ, ਤੁਹਾਡੇ ਕਾਰੋਬਾਰ ਤੋਂ ਬਾਹਰ ਦੇ ਲੋਕਾਂ ਨਾਲ ਨਿਯਮਤ ਤੌਰ ਤੇ ਮਿਲਣ ਨਾਲ ਤੁਹਾਡੀ ਨੌਕਰੀ ਤੇ ਵੀ ਸਕਾਰਾਤਮਕ ਅਸਰ ਹੁੰਦਾ ਹੈ। ਵਿਚਾਰ ਤੁਹਾਡੀ ਸੋਚ ਦੇ ਫਲ ਹਨ, ਪਰ ਇਹਨਾਂ ਨੂੰ ਸੰਜੋਣਾ ਪੈਂਦਾ ਹੈ, ਤਦੋਂ ਹੀ ਇਹਨਾਂ ਦਾ ਮੁੱਲ ਪੈਂਦਾ ਹੈ। ਹਰ ਸਾਲ ਬਲੂਤ ਦੇ ਦਰਖਤ ਤੇ ਇੰਨੇ ਫਲ ਡਿੱਗਦੇ ਆ ਕਿ ਜੇ ਸਾਰੇ ਬੀਜ ਉੱਗ ਜਾਣ ਤਾਂ ਇੱਕ ਚੰਗਾ ਖਾਸਾ ਜੰਗਲ ਤਿਆਰ ਹੋ ਜਾਏ, ਪਰ ਇਹਨਾਂ 'ਚੋਂ ਸ਼ਾਇਦ 1 ਜਾਂ 2 ਬੀਜ ਹੀ ਪੁੰਗਰਦੇ ਆ। ਜ਼ਿਆਦਾਤਰ ਬੀਜ ਗਲੈਰੀਆਂ ਖਾ ਜਾਂਦੀਆਂ, ਜਦ ਦਰਖਤ ਦੇ ਹੇਠਾਂ ਦੀ ਜ਼ਮੀਨ ਇੰਨੀ ਸਖਤ ਹੁੰਦੀ ਹੈ ਕਿ ਬਚੇ ਬੀਜ ਉੱਤੇ ਪੁੰਗਰ ਹੀ ਨਹੀਂ ਪਾਉਂਦੇ। ਇਸ ਤਰ੍ਹਾਂ ਹੀ ਵਿਚਾਰਾਂ ਨਾਲ ਹੁੰਦਾ ਹੈ, ਕੇਵਲ ਕੁਝ ਹੀ ਵਿਚਾਰਾਂ ਤੋਂ ਫਲ ਮਿਲ ਪਾਉਂਦੇ ਆ। ਵਿਚਾਰ ਬਹੁਤ ਛੇਤੀ ਨਸ਼ਟ ਹੋਣ ਵਾਲੇ ਬੀਜ ਹੈ। ਜੇ ਅਸੀਂ ਰਖਵਾਲੀ ਨਾ ਕੀਤੀ ਤਾਂ ਗਲੈਰੀਆਂ, ਮਤਲਬ ਨਕਾਰਾਤਮਕ ਰੂਪ ਦੇ ਸੋਚਣ ਵਾਲੇ ਲੋਕ, ਸਾਡੇ ਜ਼ਿਆਦਾਤਰ ਵਿਚਾਰਾਂ ਨੂੰ ਨਸ਼ਟ ਕਰ ਦੇਣਗੇ। ਵਿਚਾਰ ਜਦੋਂ ਪੈਦਾ ਹੁੰਦੇ ਆ ਤਦ ਉਹਨਾਂ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ। ਉਸ ਵਕਤ ਤੱਕ ਕਰਨੀ ਹੁੰਦੀ ਹੈ ਜਦੋਂ ਤੱਕ ਕਿ ਉਹ ਵੱਡੇ ਨਾ ਹੋ ਜਾਣ, ਉਹਨਾਂ ਤੇ ਫਲ ਨਾ ਲੱਗ ਜਾਣ। ਤੁਹਾਡੇ ਵਿਚਾਰਾਂ ਨੂੰ ਸੰਜੋਣ ਲਈ ਤੇ ਉਹਨਾਂ ਨੂੰ ਵਿਕਸਿਤ ਕਰਨ ਲਈ ਇਹਨਾਂ 3 ਤਰੀਕਿਆਂ ਦਾ ਇਸਤੇਮਾਲ ਕਰੋ। ਪਹਿਲਾ, ਵਿਚਾਰਾਂ ਨੂੰ ਬਚ ਕੇ ਨਿਕਲ ਜਾਣ ਦਾ ਮੌਕਾ ਹੀ ਨਾ ਦਿਓ। ਉਹਨਾਂ ਨੂੰ ਲਿਖ ਲਓ। ਹਰ ਦਿਨ ਤੁਹਾਡੇ ਦਿਮਾਗ 'ਚ ਬਹੁਤ ਚੰਗੇ ਵਿਚਾਰ ਆਉਂਦੇ ਆ, ਪਰ ਛੇਤੀ ਉਹ ਮਰ ਜਾਂਦੇ ਆ ਕਿਉਂਕਿ ਤੁਸੀਂ ਉਹਨਾਂ ਨੂੰ ਕਾਗਜ਼ ਤੇ ਨਹੀਂ ਲਿਖਿਆ। ਤੁਸੀਂ ਕੁਝ ਸਮੇਂ ਬਾਅਦ ਉਹਨਾਂ ਨੂੰ ਭੁੱਲ ਜਾਂਦੇ ਹੋ। ਨਵੇਂ ਵਿਚਾਰਾਂ ਦੀ ਪਹਿਰੇਦਾਰੀ ਲਈ ਯਾਦਦਾਸ਼ਤ ਤੇ ਕਮਜ਼ੋਰ ਚੌਕੀਦਾਰ ਹੈ। ਆਪਣੇ ਕੋਲ ਨੋਟਬੁੱਕ ਜਾਂ ਡਾਇਰੀ ਰੱਖੋ। ਜਦੋਂ ਵੀ ਦਿਮਾਗ 'ਚ ਕੋਈ ਚੰਗਾ ਵਿਚਾਰ ਆਏ ਉਹਨੂੰ ਲਿਖ ਲਓ। ਯਾਤਰਾ ਦਾ ਸ਼ੌਕੀਨ ਮੇਰਾ ਇੱਕ ਦੋਸਤ ਆਪਣੇ ਨਾਲ ਇੱਕ ਡਾਇਰੀ ਹਮੇਸ਼ਾ ਰੱਖਦਾ ਜਿਸ ਤੇ ਉਹ ਆਪਣੇ ਵਿਚਾਰਾਂ ਨੂੰ ਇੱਕਦਮ ਲਿਖ ਲੈਂਦਾ ਹੈ। ਰਚਨਾਤਮਕ ਦਿਮਾਗ ਵਾਲੇ ਮਨੁੱਖ ਜਾਣਦੇ ਆ ਕਿ ਚੰਗਾ ਵਿਚਾਰ ਕਦੇ ਵੀ ਕਿਤੋਂ ਵੀ ਆ ਸਕਦਾ ਹੈ। ਵਿਚਾਰਾਂ ਨੂੰ ਨਿਕਲਣ ਜਾਣ ਦਾ ਮੌਕਾ ਨਾ ਦਿਓ, ਨਹੀਂ ਤਾਂ ਤੁਸੀਂ ਆਪਣੇ ਵਿਚਾਰਾਂ ਦੇ ਫਲ ਨਸ਼ਟ ਕਰ ਲਓਗੇ। ਉਹਨਾਂ ਨੂੰ ਬੰਨ੍ਹ ਕੇ ਰੱਖੋ। ਇਸ ਤੋਂ ਬਾਅਦ ਆਪਣੇ ਵਿਚਾਰਾਂ ਦੀ ਸਮੀਖਿਆ ਕਰੋ। ਇਹਨਾਂ ਵਿਚਾਰਾਂ ਨੂੰ ਇੱਕ ਫਾਈਲ 'ਚ ਲਾ ਲਓ। ਇਹ ਫਾਈਲ ਵੱਡੀ ਹੋ ਸਕਦੀ ਹੈ ਜਾਂ ਫਿਰ ਛੋਟੀ ਫਾਈਲ ਨਾਲ ਵੀ ਕੰਮ ਚੱਲ ਸਕਦਾ ਹੈ, ਪਰ ਫਾਈਲ ਜ਼ਰੂਰ ਬਣਾਓ। ਇਸ ਉਪਰੰਤ ਤੁਸੀਂ ਆਪਣੇ ਵਿਚਾਰਾਂ ਦਾ ਨਿਯਮਤ ਰੂਪ ਨਾਲ ਵਿਸ਼ਲੇਸ਼ਣ ਕਰੋ। ਜਦੋਂ ਤੁਸੀਂ ਇਹਨਾਂ ਵਿਚਾਰਾਂ ਦੀ ਸਮੀਖਿਆ ਕਰੋਗੇ ਤਾਂ ਤੁਹਾਡੇ ਕੁਝ ਵਿਚਾਰ ਬੇਕਾਰ ਜਾਂ ਮਹੱਤਵਪੂਰਨ ਲੱਗਣਗੇ, ਉਹਨਾਂ ਨੂੰ ਬਾਹਰ ਕੱਢ ਦਿਓ। ਪਰ ਜਦ ਤੱਕ ਤੁਹਾਨੂੰ ਕੋਈ ਵਿਚਾਰ ਦਮਦਾਰ ਲੱਗਦਾ ਉਹਨੂੰ ਅੰਦਰ ਹੀ ਰਹਿਣ ਦਿਓ। ਤੀਸਰਾ, ਆਪਣੇ ਵਿਚਾਰਾਂ ਨੂੰ ਵਿਕਸਿਤ ਕਰੋ। ਇਹਨਾਂ ਨੂੰ ਫਲਣ ਫੁੱਲਣ ਦਿਓ। ਇਹਨਾਂ ਬਾਰੇ ਸੋਚਦੇ ਰਹੋ। ਇਹਨਾਂ ਵਿਚਾਰਾਂ ਨੂੰ ਇਹਨਾਂ ਨਾਲ ਸੰਬੰਧਿਤ ਵਿਚਾਰਾਂ ਨਾਲ ਬੰਨ੍ਹ ਦਿਓ। ਆਪਣੇ ਵਿਚਾਰਾਂ ਨਾਲ ਸੰਬੰਧਿਤ ਸਮੱਗਰੀ ਪੜ੍ਹਦੇ ਰਹੋ। ਸਾਰੇ ਪਹਿਲੂਆਂ ਦੀ ਜਾਂਚ ਕਰ ਲਓ। ਜਦੋਂ ਕਿਸੇ ਆਰਕੀਟੈਕਟ ਦੇ ਮਨ 'ਚ ਨਵੀਂ ਇਮਾਰਤ ਬਣਾਉਣ ਦਾ ਖਿਆਲ ਆਉਂਦਾ ਹੈ, ਉਹ ਇੱਕ ਸ਼ੁਰੂਆਤੀ ਡਰਾਇੰਗ ਬਣਾਉਂਦਾ ਹੈ। ਜਦੋਂ ਐਡਵਰਟਾਈਜ਼ਿੰਗ ਦੇ ਕਿਸੇ ਰਚਨਾਤਮਕ ਬੰਦੇ ਦੇ ਦਿਮਾਗ 'ਚ ਇੱਕ ਨਵੇਂ ਵਿਗਿਆਪਨ ਦਾ ਵਿਚਾਰ ਆਉਂਦਾ ਹੈ, ਉਹਨੂੰ ਸਟੋਰੀ ਬੋਰਡ ਫਾਰਮ 'ਚ ਲਿਖ ਲੈਂਦਾ ਹੈ। ਇਹੋ ਜਿਹੀ ਡਰਾਇੰਗ ਬਣਾ ਲੈਂਦਾ ਹੈ ਜਿੱਥੋਂ ਪਤਾ ਚੱਲਦਾ ਹੈ ਕਿ ਪੂਰਾ ਹੋਣ ਤੋਂ ਬਾਅਦ ਉਹ ਵਿਚਾਰ ਕਿਸ ਤਰ੍ਹਾਂ ਦਿਖੇਗਾ। ਨੋਟ,
ਆਪਣੇ ਵਿਚਾਰਾਂ ਨੂੰ ਕਾਗਜ਼ ਤੇ ਆਕਾਰ ਦਿਓ। ਇਹ ਦੋ ਕਾਰਨਾਂ ਨਾਲ ਲੋੜੀਂਦਾ ਹੈ। ਜਦੋਂ ਵਿਚਾਰ ਨਿਸ਼ਚਿਤ ਆਕਾਰ ਲੈ ਲੈਂਦਾ ਤੁਸੀਂ ਇਹਦਾ ਪੂਰੀ ਤਰ੍ਹਾਂ ਅਧਿਐਨ ਕਰ ਸਕਦੇ ਹੋ, ਇਹਦੀਆਂ ਘਾਟਾਂ ਦੇਖ ਸਕਦੇ ਹੋ, ਇਹਨੂੰ ਬਿਹਤਰ ਬਣਾਉਣ ਲਈ ਉਪਰਾਲੇ ਕਰ ਸਕਦੇ ਹੋ। ਇਹਦੇ ਇਲਾਵਾ ਵਿਚਾਰ ਕਿਸੇ ਹੋਰ ਨੂੰ ਵੇਚੇ ਜਾਣੇ ਹੁੰਦੇ ਆ। ਗਾਹਕ, ਵਰਕਰ, ਬੌਸ, ਦੋਸਤ, ਸਾਥੀ ਜਾਂ ਕਲੱਬ ਦੇ ਮੈਂਬਰ, ਨਿਵੇਸ਼ਕ ਆਦਿ। ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਵਿਚਾਰਾਂ ਨੂੰ ਖਰੀਦੇ, ਨਹੀਂ ਤਾਂ ਤੁਹਾਡੇ ਵਿਚਾਰਾਂ ਦਾ ਕੋਈ ਮੁੱਲ ਨਹੀਂ। ਇੱਕ ਵਾਰ 2 ਜੀਵਨ ਬੀਮਾ ਸੇਲਸਮੈਨ ਮੈਨੂੰ ਮਿਲੇ। ਦੋਵੇਂ ਮੇਰਾ ਬੀਮਾ ਕਰਨਾ ਚਾਹੁੰਦੇ ਸੀ। ਦੋਨਾਂ ਨੇ ਮੇਰੇ ਤੋਂ ਵਾਅਦਾ ਕੀਤਾ ਕਿ ਨਵਾਂ ਬੀਮਾ ਪਾਲਿਸੀ ਦੇ ਨਾਲ ਮੇਰੇ ਕੋਲ ਆਉਣਗੇ, ਜਿਨ੍ਹਾਂ 'ਚ ਕੁਝ ਬਦਲਾਅ ਕੀਤੇ ਗਏ ਹੈ। ਪਹਿਲਾ ਸੇਲਸਮੈਨ ਆਇਆ, ਉਹਨੇ ਮੈਨੂੰ ਮੂੰਹ ਜ਼ਬਾਨੀ ਯੋਜਨਾ ਦੱਸ ਦਿੱਤੀ। ਜਿਹੜਾ ਕੁਝ ਮੈਂ ਜਾਣਨਾ ਚਾਹੁੰਦਾ ਸੀ ਉਹਨੇ ਮੈਨੂੰ ਸ਼ਬਦਾਂ ਦੇ ਜ਼ਰੀਏ ਸਮਝਾ ਦਿੱਤਾ, ਪਰ ਮੈਂ ਉਹਦੀ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਿਆ। ਉਹਨੇ ਟੈਕਸ, ਆਪਸ਼ਨਸ, ਸੋਸ਼ਲ ਸਿਕਿਉਰਿਟੀ, ਬੀਮਾ ਯੋਜਨਾ ਦੇ ਸਾਰੇ ਤਕਨੀਕੀ ਪਹਿਲੂਆਂ 'ਤੇ ਵਿਸਥਾਰ ਨਾਲ ਰੌਸ਼ਨੀ ਪਾਈ, ਪਰ ਮੇਰੇ ਪੱਲੇ ਕੁਝ ਵੀ ਨਹੀਂ ਪਿਆ। ਆਖਿਰਕਾਰ ਮੈਨੂੰ ਉਹਨੂੰ ਮਨਾ ਕਰਨਾ ਪਿਆ। ਦੂਜੇ ਸੇਲਸਮੈਨ ਨੇ ਇੱਕ ਵੱਖਰੀ ਸ਼ੈਲੀ ਦਾ ਇਸਤੇਮਾਲ ਕੀਤਾ। ਉਹ ਆਪਣੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਚਾਰਟ ਦੇ ਮਾਧਿਅਮ ਨਾਲ ਲਿਖ ਕੇ ਪ੍ਰਸਤੁਤ ਕੀਤਾ, ਸਾਰੀਆਂ ਡਿਟੇਲਸ ਡਾਇਗਰਾਮਾਂ 'ਚ ਦਿੱਤੀਆਂ। ਮੈਨੂੰ ਉਹਦਾ ਪ੍ਰਸਤਾਵ ਆਸਾਨੀ ਨਾਲ ਸਮਝ ਆ ਗਿਆ। ਤੁਹਾਡੇ ਵਿਚਾਰਾਂ ਨੂੰ ਵੇਚੇ ਜਾਣ ਵਾਲੇ ਰੂਪ 'ਚ ਤਿਆਰ ਕਰੋ। ਮੂੰਹ ਜ਼ਬਾਨੀ ਵਿਚਾਰਾਂ ਦੀ ਬਜਾਏ ਲਿਖਤ ਵਿਚਾਰ ਜਾਂ ਡਾਇਗਰਾਮ ਦੇ ਰੂਪ 'ਚ ਪੇਸ਼ ਵਿਚਾਰ ਨੂੰ ਵੇਚਣਾ ਕਈ ਗੁਣਾ ਜ਼ਿਆਦਾ ਸੌਖਾ ਹੁੰਦਾ ਹੈ। ਸੰਖੇਪ ਵਿੱਚ ਇਹਨਾਂ ਉਪਾਵਾਂ ਦਾ ਇਸਤੇਮਾਲ ਕਰੋ ਤੇ ਰਚਨਾਤਮਕ ਢੰਗ ਨਾਲ ਸੋਚੋ। ਪਹਿਲਾ, ਵਿਸ਼ਵਾਸ ਕਰੋ ਕਿ ਕੰਮ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਕੋਈ ਕੰਮ ਕਰ ਸਕਦੇ ਹੋ ਤਾਂ ਤੁਹਾਡਾ ਦਿਮਾਗ ਉਹਨੂੰ ਕਰਨ ਦੇ ਢੰਗ ਲੱਭ ਹੀ ਲਏਗਾ। ਇਹਦਾ ਕੋਈ ਰਾਹ ਹੈ? ਇਹ ਸੋਚਣ ਨਾਲ ਹੀ ਰਾਹ ਲੱਭਣਾ ਸੌਖਾ ਹੋ ਜਾਂਦਾ ਹੈ। ਆਪਣੀ ਸੋਚਣ ਤੇ ਬੋਲਣ ਦੀ ਸ਼ਬਦਾਵਲੀ 'ਚੋਂ ਅਸੰਭਵ, ਇਹ ਕੰਮ ਨਹੀਂ ਹੋਏਗਾ, ਮੈਂ ਇਹ ਕੰਮ ਨਹੀਂ ਕਰ ਸਕਦਾ, ਕੋਸ਼ਿਸ਼ ਕਰਨ ਨਾਲ ਕੋਈ ਫਾਇਦਾ ਨਹੀਂ ਵਰਗੇ ਵਾਕ ਕੱਢ ਦਿਓ। ਦੂਸਰਾ, ਪਰੰਪਰਾ ਨੂੰ ਆਪਣੇ ਦਿਮਾਗ ਨੂੰ ਕਮਜ਼ੋਰ ਨਾ ਬਣਾਉਣ ਦਿਓ। ਨਵੇਂ ਵਿਚਾਰਾਂ ਨੂੰ ਸਵੀਕਾਰ ਕਰੋ, ਪ੍ਰਯੋਗਸ਼ੀਲ ਬਣੋ, ਨਵੀਆਂ ਸ਼ੈਲੀਆਂ ਨੂੰ ਅਜ਼ਮਾਓ, ਆਪਣੇ ਹਰ ਕੰਮ 'ਚ ਪ੍ਰਗਤੀਸ਼ੀਲ ਰਹੋ। ਤੀਸਰਾ, ਆਪਣੇ ਆਪ ਨੂੰ ਹਰ ਰੋਜ਼ ਪੁੱਛੋ, ਮੈਂ ਇਹਨੂੰ ਕਿਵੇਂ ਚੰਗੇ ਢੰਗ ਨਾਲ ਕਰ ਸਕਦਾ। ਸਵੈ ਸੁਧਾਰ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਤੁਸੀਂ ਆਪਣੇ ਆਪ ਤੋਂ ਸਵਾਲ ਪੁੱਛਦੇ ਹੋ, ਮੈਂ ਕਿਸ ਤਰ੍ਹਾਂ ਵਧੀਆ ਕਰ ਸਕਦਾ, ਤਾਂ ਚੰਗੇ ਜਵਾਬ ਆਪਣੇ ਆਪ ਹੀ ਉੱਭਰ ਕੇ ਸਾਹਮਣੇ ਆਉਣਗੇ। ਚੌਥਾ, ਆਪਣੇ ਆਪ ਨੂੰ ਪੁੱਛੋ, ਮੈਂ ਇਹ ਕੰਮ ਹੋਰ ਜ਼ਿਆਦਾ ਕਿਸ ਤਰ੍ਹਾਂ ਕਰ ਸਕਦਾ। ਕੰਮ ਕਰਨ ਦੀ ਸਮਰੱਥਾ ਇੱਕ ਦਿਮਾਗੀ ਅਵਸਥਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛੋਗੇ ਤਾਂ ਤੁਹਾਡੇ ਦਿਮਾਗ ਅੰਦਰ ਚੰਗੇ ਸ਼ਾਰਟਕਟ ਆਪਣੇ ਆਪ ਹੀ ਆ ਜਾਣਗੇ। ਬਿਜ਼ਨਸ ਵਿੱਚ ਸਫਲਤਾ ਦਾ ਸੰਯੋਗ ਹੈ। ਆਪਣੇ ਕੰਮ ਨੂੰ ਲਗਾਤਾਰ ਬਿਹਤਰ ਢੰਗ ਨਾਲ ਕਰਦੇ ਰਹੋ। ਆਪਣੇ ਕੰਮ ਦੀ ਕੁਆਲਿਟੀ ਸੁਧਾਰੋ ਤੇ ਤੁਸੀਂ ਜਿੰਨਾ ਪਹਿਲਾਂ ਕਰਦੇ ਸੀ ਉਹ ਤੋਂ ਜ਼ਿਆਦਾ ਕਰੋ। ਪੰਜਵਾਂ, ਪੁੱਛਣ ਤੇ ਸੁਣਨ ਦੀ ਆਦਤ ਪਾਓ। ਪੁੱਛਣ ਤੇ ਸੁਣਨ ਨਾਲ ਤੁਹਾਨੂੰ ਸਹੀ ਫੈਸਲੇ ਤੇ ਪਹੁੰਚਣ ਲਈ ਕੱਚਾ ਮਾਲ ਮਿਲ ਜਾਏਗਾ। ਯਾਦ ਰੱਖੋ, ਵੱਡੇ ਲੋਕ ਲਗਾਤਾਰ ਸੁਣਦੇ ਆ ਤੇ ਛੋਟੇ ਲੋਕ ਲਗਾਤਾਰ ਬੋਲਦੇ ਆ। ਅਖੀਰਲਾ, ਛੇਵਾਂ, ਆਪਣੇ ਦਿਮਾਗ ਨੂੰ ਵਿਆਪਕ ਬਣਾਓ। ਦੂਜਿਆਂ ਦੇ ਵਿਚਾਰਾਂ ਤੋਂ ਪ੍ਰੇਰਨਾ ਲਓ। ਇਹੋ ਜਿਹੇ ਲੋਕਾਂ ਦੇ ਨਾਲ ਉੱਠੋ ਬੈਠੋ ਜਿਨ੍ਹਾਂ ਨਾਲ ਤੁਹਾਨੂੰ ਨਵੇਂ ਵਿਚਾਰ, ਕੰਮ ਕਰਨ ਦੇ ਨਵੇਂ ਢੰਗ ਸਿੱਖਣ ਨੂੰ ਮਿਲ ਸਕਦੇ ਆ। ਵੱਖ-ਵੱਖ ਕਾਰੋਬਾਰਾਂ ਤੇ ਸਮਾਜਿਕ ਰੁਚੀਆਂ ਵਾਲੇ ਲੋਕਾਂ ਨੂੰ ਮਿਲੋ। ਧੰਨਵਾਦ।